ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਸਰਬ ਸਾਂਝੀ ਗੁਰਬਾਣੀ ਇਸ ਦੇ ਪ੍ਰਸਾਰਣ ਅਧਿਕਾਰ ਕਿਸ ਕੋਲੇ ਹੋਣ, ਇਸ ਬਾਰੇ ਬਹੁਤ ਲੰਬੀ ਚੌੜੀ ਡਿਬੇਟਸ ਹੋ ਚੁੱਕੀਆਂ ਨੇ। ਹੁਣ ਡਿਬੇਟ ਕਿਉਂ ਹੋ ਰਹੀ ਹੈ? ਉਹ ਇਸ ਕਰਕੇ ਹੋ ਰਹੀ ਹੈ ਕਿਉਂਕਿ ਜਥੇਦਾਰ ਸਾਹਿਬ ਨੇ SGPC ਨੂੰ ਆਦੇਸ਼ ਦਿੱਤੇ ਸੀ ਕਿ ਆਪਦੇ ਚੈਨਲ ਚਲਾਉਣ ਦੇ ਲਈ ਕੋਸ਼ਿਸ਼ਾਂ ਕਰੋ। SGPC ਨੇ ਕਮੇਟੀ ਬਣਾ ਦਿੱਤੀ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। ਉਹ ਕਹਿੰਦੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਹੈ ਜਿਹੜੇ ਉਹ ਸਾਨੂੰ ਦਿੱਤੇ ਜਾਣ। ਸਰਕਾਰ ਦਾ ਇਹ ਫਰਜ਼ ਨਹੀਂ, ਧਰਮ ਵੀ ਹੈਗਾ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਹ ਗੱਲ ਕਹਿ ਰਿਹਾ ਹੈ। SGPC ਨੂੰ ਅਪੀਲ ਕਰਦੇ ਪਏ ਕਹਿੰਦੇ ਸਾਰੇ ਪਲੇਟਫਾਰਮ 'ਤੇ ਜਿੱਥੇ ਜਿੱਥੇ ਪ੍ਰਚਾਰ ਹੋਣਾ ਚਾਹੀਦਾ, ਪ੍ਰਸਾਰ ਹੋਣਾ ਚਾਹੀਦਾ ਸਰਬੱਤ ਦੇ ਭਲੇ ਦਾ, ਅਸੀਂ ਕਰਨ ਨੂੰ ਤਿਆਰ ਬੈਠੇ ਹਾਂ। SGPC ਦੇ ਟੇਕ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। SGPC ਵੈਲਕਮ ਤਾਂ ਕਰੂਗੀ, ਪਰ ਵੈਲਕਮ ਦੇ ਨਾਲ ਇਹ ਵੀ ਕਹੂਗੀ ਕਿ ਸਰਕਾਰ ਇਹਦੇ ਵਿੱਚ ਦਖਲਅੰਦਾਜ਼ੀ ਕਿਉਂ ਦੇ ਰਹੀ ਹੈ। ਇਹ ਉਹ ਬਿਆਨ ਹੈ ਜਿਹੜੇ ਸਾਡੇ ਸਾਹਮਣੇ ਪਹਿਲਾਂ ਪਏ ਹੋਣਗੇ, ਪਰ ਸਵਾਲ ਇਹ ਹੈਗਾ ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਐਂਟਰੀ ਕਿਉਂ ਕਰ ਰਹੀ ਹੈ। ਵੱਡਾ ਸਵਾਲ ਇਹੀ ਪੁੱਛਾਂਗੇ, ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਕਿਉਂ? ਮੁੱਖ ਮੰਤਰੀ ਨੇ ਕੀ ਕਿਹਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਹਿ ਦਿੱਤਾ ਅੱਗੋਂ, ਪਹਿਲਾਂ ਸੁਣ ਲਈਏ। SGPC ਨੂੰ ਅਸੀਂ ਅਪੀਲ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਸਾਰਣ ਲਈ ਜੋ ਵੀ ਲੇਟੈਸਟ ਇਲੈਕਟ੍ਰੋਨਿਕ ਇਨਫਰਾਸਟ੍ਰਕਚਰ, ਨਵੇਂ ਕੈਮਰੇ, ਨਵੀਂ ਕਿਸਮ ਦੇ ਜਿਹੜੇ ਚੱਲੇ ਨੇ ਮਾਧਿਅਮ, ਅਸੀਂ ਬਿਲਕੁਲ ਲੇਟੈਸਟ ਟੈਕਨੀਕ ਨਾਲ ਜਿਹੜਾ ਦਰਬਾਰ ਸਾਹਿਬ ਨੂੰ ਲੈਸ ਕਰ ਦਿਆਂਗੇ। ਸਿਰਫ ਇੱਕ ਮਾਧਿਅਮ ਤੋਂ ਨਹੀਂ, YouTube, ਮੋਬਾਈਲ ਐਪ, ਧਾਰਮਿਕ ਚੈਨਲ, ਇਹ ਹੋਰ ਵੀ ਇੱਛੁਕ ਚੈਨਲ ਜਿਹੜੇ ਹੋਣਗੇ ਉਹ ਸੱਚਖੰਡ ਦੀ ਇਸ ਗੁਰਬਾਣੀ ਦਾ, ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਨ, ਤਾਂ ਕਿ ਪੂਰੀ ਦੁਨੀਆ ਦੇ ਕੰਨਾਂ ਤੱਕ ਗੁਰਬਾਣੀ ਪਹੁੰਚੇ ਤੇ ਅੱਖਾਂ ਰਾਹੀਂ ਉਹ ਸੱਚਖੰਡ ਦੇ ਦਰਸ਼ਨ ਕਰਨ। ਸਾਰਾ ਖਰਚਾ ਪੰਜਾਬ ਸਰਕਾਰ ਕਰੂਗੀ। SGPC ਨੂੰ ਨਵੀਂ ਆਫਰ ਦਿੱਤੀ ਹੈ ਕਿ ਗੁਰਬਾਣੀ ਨੂੰ ਟੈਲੀਕਾਸਟ ਕਰਨ ਵਾਸਤੇ ਸਰਕਾਰ ਮਦਦ ਕਰਨ ਵਾਸਤੇ ਤਿਆਰ ਹੈ। ਇਹ ਸੁਣਨ ਨੂੰ ਤਾਂ ਮੁੱਖ ਮੰਤਰੀ ਸਾਹਿਬ ਦਾ ਭਾਵਨਾ ਬੜੀ ਅੱਛੀ ਲੱਗਦੀ, ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਸਾਰੇ ਐਲਾਨ ਜਿਹੜੇ ਆ ਉਹ ਬਿਨਾਂ ਤਿਆਰੀ ਤੋਂ ਜਿਹੜੇ ਆ ਉਹ ਕਰੀ ਜਾ ਰਹੇ। ਕਿ ਜਿਹੜਾ ਇਨਫੋਰਮੇਸ਼ਨ ਤੇ ਬ੍ਰੌਡਕਾਸਟਿੰਗ ਡਿਪਾਰਟਮੈਂਟ ਹੈ ਇਹ ਕੇਂਦਰ ਸਰਕਾਰ ਕੋਲੇ ਹੈ, ਮੁੱਖ ਮੰਤਰੀ ਸਾਹਿਬ ਕੋਲੇ ਤੇ ਹੈ ਨਹੀਂ। ਪ੍ਰਾਈਵੇਟ ਚੈਨਲ ਕੋਲੇ SGPC ਨੂੰ ਤਾਂ ਮਜਬੂਰੀ 'ਚ ਜਾਣਾ ਪਿਆ ਕਿਉਂਕਿ ਕਿਸੇ ਵੀ ਗਵਰਨਮੈਂਟ ਨੇ ਜਿਹੜੀ ਸੰਗਤ ਦੀ ਆਵਾਜ਼ ਸੀ ਉਹਨੂੰ ਨਹੀਂ ਸੁਣਿਆ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ 'ਚ ਪੋਲਿਟਿਕਸ ਦੀ ਐਂਟਰੀ ਦਾ ਜ਼ਿੰਮੇਵਾਰ ਕੌਣ ਹੈ? ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਮੌਜੂਦ ਹੈ ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਹਰਦੀਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਤੌਰ ਤੇ ਮੈਂਬਰ ਨੇ। ਹਰਦੀਪ ਸਿੰਘ ਜੀ ਨੂੰ ਕੱਲਾ ਇਹ ਨਹੀਂਗਾ ਕਿ ਸਿੱਖ ਸਿਧਾਂਤਾਂ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਜਾਂ ਰੋਹ ਰੀਤਾਂ ਬਾਰੇ ਜਾਂ ਮਰਿਆਦਾ ਬਾਰੇ ਇਸ ਬਾਰੇ ਪਤਾ, ਇਹਨਾਂ ਨੂੰ ਇਸ ਟੈਕਨੋਲੋਜੀ ਬਾਰੇ ਪਤਾ। ਇਸ ਕਰਕੇ ਹਰਦੀਪ ਸਿੰਘ ਹਰਾਂ ਨੂੰ ਸੱਦਿਆ ਸੀ। ਹਰਦੀਪ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਬੁਲਾ ਰਹੇ। ਜਗਤਾਰ ਸਿੰਘ ਸੰਘੇੜਾ ਆਪਦੀ ਪਾਰਟੀ ਬਾਰੇ ਦੱਸਣਗੇ, ਸਰਕਾਰ ਬਾਰੇ ਦੱਸਣਗੇ, ਉਹਨਾਂ ਨੇ ਇਹ ਐਲਾਨ ਕਿਉਂ ਕੀਤਾ। ਜਗਤਾਰ ਸਿੰਘ ਸੰਘੇੜਾ, ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਤੁਹਾਡਾ ਬਹੁਤ ਸਵਾਗਤ ਹੈ। ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਬੇਬਾਕ ਬੋਲਣ ਵਾਲੇ ਆਗੂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ। ਤੇ ਗੁਰਚਰਨ ਸਿੰਘ ਗਰੇਵਾਲ ਹਰਾਂ ਨੂੰ ਜਦੋਂ ਕੋਈ ਇਹੋ ਜਿਹਾ ਵਿਸ਼ਾ ਆਉਂਦਾ ਤੇ ਇਹਨਾਂ ਦੀ ਪਾਰਟੀ ਮੂਹਰੇ ਲਾ ਦਿੰਦੀ ਹੈ ਕਿ ਗਰੇਵਾਲ ਸਾਹਿਬ ਤੁਸੀਂ ਜਵਾਬ ਦਿਓ। ਗਰੇਵਾਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਅਪੀਲ ਕੀਤੀ ਕਿਉਂ ਹੈ ਤੇ ਇਹਨਾਂ ਨੇ ਮੰਨੀ ਕਿੰਨੀ ਹੈ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੌਰਵ ਸੰਧੂ ਕਾਂਗਰਸ ਦੇ ਸਪੋਕਸਪਰਸਨ ਹੈ ਤੇ ਗੌਰਵ ਸੰਧੂ ਹਰਾਂ ਦੀ ਧਿਰ ਹੈ ਜਿਹੜੀ ਉਹ ਇਸ ਮਾਮਲੇ ਵਿੱਚ ਹਜੇ ਕੁਝ ਖੁੱਲ੍ਹ ਕੇ ਬੋਲਦੀ ਨਹੀਂ ਪਈ। ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਂਗਰਸ ਦੀ ਲਾਈਨ ਕੀ ਹੈਗੀ। ਗੌਰਵ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਜਗਤਾਰ ਸਿੰਘ ਸੰਘੇੜਾ ਤੁਹਾਨੂੰ ਕਰਨਾ ਚਾਹੂੰਗਾ। ਜਗਤਾਰ ਸਿੰਘ ਸੰਘੇੜਾ, ਮੈਂ ਪਹਿਲਾਂ ਦੱਸਦਾ ਸਾਡੇ ਜਿਹੜੇ ਮਹਿਮਾਨ ਬੈਠੇ, ਇੱਕ ਕੈਨੇਡਾ ਤੋਂ ਬੈਠੇ ਹਰਦੀਪ ਸਿੰਘ, ਜਗਤਾਰ ਸਿੰਘ ਸੰਘੇੜਾ ਚੰਡੀਗੜ੍ਹ ਤੋਂ ਹੈ, ਗੁਰਚਰਨ ਸਿੰਘ ਗਰੇਵਾਲ ਦਿੱਲੀ ਤੋਂ ਬੈਠੇ ਆ, ਗੌਰਵ ਸੰਧੂ ਪਟਿਆਲੇ ਤੋਂ ਬੈਠੇ ਆ। ਜਗਤਾਰ ਸਿੰਘ ਸੰਘੇੜਾ, ਤੁਹਾਨੂੰ ਇਹ ਪਤਾ ਹੈਗਾ ਕਿ ਜਥੇਦਾਰ ਸਾਹਿਬ ਨੇ ਆਦੇਸ਼ ਕੀਤੇ ਹੋਏ ਆ, ਉਸ ਦੇ ਬਾਵਜੂਦ ਤੁਸੀਂ ਇਸ ਪੂਰੇ ਪ੍ਰਕਰਨ ਦੇ ਵਿੱਚ ਆਪਦੀ ਐਂਟਰੀ ਕਰਤੀ? ਇਹ ਐਂਟਰੀ ਦੀ ਕੋਈ ਗੱਲ ਨਹੀਂ ਹੈ KP ਸਿੰਘ ਜੀ। ਇੱਕ ਚੈਨਲ ਬਣਾਉਣ ਦੀ ਗੱਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਥੇਦਾਰ ਸਾਹਿਬ ਨੇ ਵੀ। ਤੇ ਜੇ ਪੰਜਾਬ ਸਰਕਾਰ ਜਿਹੜੀ ਆ ਸਰਬ ਸਾਂਝੀ ਗੁਰਬਾਣੀ ਦੇ ਨਸ਼ਰ ਨੂੰ 24 ਘੰਟੇ ਨਿਰਵਿਘਨ ਨਸ਼ਰ ਕਰਨ ਲਈ ਜੇ
ਹੈਲਪ ਕਰਨਾ ਚਾਹੁੰਦੀ ਆ ਜਾਂ ਕੰਟਰੀਬਿਊਟ ਕਰਨਾ ਚਾਹੁੰਦੀ ਆ, ਉਹਦੇ 'ਚ ਮਾੜੀ ਗੱਲ ਕੀ ਹੈ? ਇਹ ਤਾਂ ਬਹੁਤ ਚੰਗੀ ਭਾਵਨਾ ਨਾਲ ਹੈ ਜੋ ਵੀ ਅਸੀਂ ਕਰ ਰਹੇ ਹਾਂ। ਕੋਈ ਇਹਦੇ 'ਚ ਐਂਟਰੀ ਕਰਨ ਦੀ ਜਾਂ ਟੇਕ ਓਵਰ ਕਰਨ ਦੀ ਜਾਂ ਮਤਲਬ ਹੋਰ ਜਿਹੜੀਆਂ ਗੱਲਾਂ ਐਵੇਂ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਉਹਨਾਂ ਦੀ ਕੋਈ ਸਕੋਪ ਹੀ ਹੈ ਨਹੀਂ ਗਾ ਇਹਦੇ ਵਿੱਚ। ਚਲੋ, ਤੇ ਇਹ ਤਾਂ ਰਾਦਰ ਬਹੁਤ ਪਹਿਲਾਂ ਇੱਕ ਪੰਥਕ ਪਾਰਟੀ ਆਪਣੇ ਨੂੰ ਕਹਾਉਂਦੇ ਸੀਗੇ, ਕਾਫੀ ਦੇਰ ਪੰਥਕ ਰਹੇ ਵੀ ਆ, ਤੇ ਉਹਨਾਂ ਨੂੰ ਬਹੁਤ ਦੇਰ ਪਹਿਲਾਂ ਇਹ ਕਰ ਦੇਣਾ ਚਾਹੀਦਾ ਸੀਗਾ। ਚਲੋ ਮੈਂ ਵਾਪਸ ਆ ਜਾਊਂਗਾ ਸੰਗੜਾ ਸਾਹਿਬ, ਵਾਪਸ ਆ ਜਾਊਂਗਾ। ਅਸੀਂ ਰਾਦਰ ਉਹਦੇ ਤੇ ਮੋਨੋਪੋਲੀ ਬਣਾਈ ਰੱਖੀ ਆਪਣੀ। ਠੀਕ ਹੈ ਸੰਗੜਾ ਸਾਹਿਬ, ਵਾਪਸ ਆ ਜਾਊਂਗਾ ਸਰ। ਗੁਰਚਰਨ ਸਿੰਘ ਗਰੇਵਾਲ, ਐਸਜੀਪੀਸੀ ਸਵਾਗਤ ਕਰਦੀ ਹੈ ਸਰਕਾਰ ਦੀ ਇਸ ਪਹਿਲ ਦਾ, ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦਾ, ਤੁਸੀਂ ਕਿਹੜੇ ਪਾਸੇ ਖੜੇ ਹੋ ਗਰੇਵਾਲ ਸਾਹਿਬ? ਦੇਖੋ ਜੀ, ਵਿਰੋਧ ਕਿਸੇ ਨੇ ਨਹੀਂ ਕੀਤਾ, ਐਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਵਿਰੋਧ ਨਾ ਕੀਤਾ ਜਾਵੇ। ਪਰ ਚਲੋ ਖੈਰ, ਤੁਸੀਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਛੋਟੇ ਜਿਹੇ ਸੇਵਾਦਾਰ ਹੋਣ ਕਰਕੇ ਇੱਥੇ ਤੁਸੀਂ ਗੱਲ ਕੀਤੀ ਆ, ਬੜੀ ਚੰਗੀ ਗੱਲ ਲੱਗੀ ਆ। ਭਗਵੰਤ ਮਾਨ ਸਾਹਿਬ ਜਿਹੜੇ ਕਿ ਬਹੁਤ ਵੱਡੇ ਇਨਕਲਾਬੀ ਨੇ, ਉਹਨਾਂ ਦੇ ਮੂੰਹੋਂ ਬੜੇ ਸੋਹਣੇ ਸ਼ਬਦ ਪਤਾ ਬੋਲੇ, ਜਿਹੜੇ ਉਹਨਾਂ ਨੇ ਬੜੇ ਸੋਹਣੇ ਤਕਨੀਕ ਨਾਲ ਉਹਨਾਂ ਨੂੰ, ਕਿਉਂਕਿ ਲਿਖ ਕੇ ਦਿੱਤੇ ਗਏ ਹੋਣਗੇ। ਉਹਨਾਂ ਨੇ ਕਿਹਾ ਸਰਬ ਸਾਂਝੀ ਗੁਰਬਾਣੀ ਦੀ ਗੱਲ ਕੀਤੀ ਆ, ਸਰਬੱਤ ਦਾ ਭਲਾ ਦੀ ਗੱਲ ਕੀਤੀ ਆ, ਦੁਨੀਆ ਤੱਕ ਪ੍ਰਚਾਰ ਦੀ ਗੱਲ ਕੀਤੀ ਹੈ। ਐਸਜੀਪੀਸੀ ਕਹਿੰਦੇ ਸੇਵਾ ਲਾਵੇ, ਉਹ ਕਹਿੰਦੇ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਆ ਉਹ ਦੁਨੀਆ ਤੱਕ ਪਹੁੰਚਾਈ ਜਾਵੇ। ਅਸੀਂ ਉਹਨਾਂ ਦਾ ਪੁਰਜੋਰ ਸਵਾਗਤ ਕਰਦੇ ਹਾਂ। ਮੈਂ ਕਿਸੇ ਤਰ੍ਹਾਂ ਦਾ ਰੌਲਾ, ਭਾਵੇਂ ਕਿ ਅਕਾਲੀ ਦਲ ਵੱਲੋਂ ਇਸ ਗੱਲ ਬਾਰੇ ਕਿਸੇ ਆਗੂ ਨੇ ਕਿਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ, ਪਰ ਮੈਂ ਜਮਾਂ ਹੀ ਇੱਕ ਪੈਸੇ ਵੀ ਇਸ ਗੱਲ 'ਚ ਰੌਲਾ ਨਹੀਂ ਦਊਂਗਾ ਕਿ ਭਗਵੰਤ ਮਾਨ ਸਾਹਿਬ ਤੁਹਾਡੀ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਜ਼ਰ ਆਉਂਦੀ ਆ, ਕੋਈ ਗੱਲ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਤੁਹਾਡੇ ਮਨ ਦੀ ਮਨਸ਼ਾ ਜਿਹੜੀ ਆ ਉਹ ਇਹ ਹੈਗੀ ਆ। ਪਰ ਮੈਂ ਤੁਹਾਨੂੰ ਸਿਰਫ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਅੱਜ ਦੀ ਤਰੀਕ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ, ਉਹ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸਿੱਖ ਸੰਗਤ ਦੇ ਘਰ ਤੱਕ ਪਹੁੰਚਾ ਰਹੀ ਹੈ। ਚਾਹੇ ਚੈਨਲ ਹੋਵੇ, ਉਹ ਚੈਨਲ ਕੋਈ ਵੀ ਆ, ਚਾਹੇ ਉਹ ਵਿਵਾਦਤ ਹੈਗਾ, ਪਰ ਉਹਦਾ 2023 ਤੱਕ ਉਹਦਾ ਜਿਹੜਾ ਸਾਡੇ ਨਾਲ ਕੰਟਰੈਕਟ ਆ, ਉਹ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਦੂਸਰਾ, YouTube ਦੀ ਗੱਲ ਕਰਦੇ ਆ, ਹੋਰ ਸਾਧਨਾਂ ਦੀ ਗੱਲ ਕਰਦੇ ਆ, ਇੱਥੋਂ ਤੱਕ ਕਿ ਜਿਹੜੀ ਫੇਸਬੁੱਕ ਰਾਹੀਂ ਤੁਹਾਨੂੰ ਮਾਧਿਅਮ ਰਾਹੀਂ ਜਾਣਕਾਰੀ ਦੇ ਰਹੀ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਸਭ ਤੋਂ ਦੁਨੀਆ ਦੀ ਅਤ ਆਧੁਨਿਕ ਜਿਹੜੀ ਟੈਕਨੋਲੋਜੀ ਲੱਗੀ ਆ, ਜਿਹਨੂੰ ਵਿਜ਼ੂਅਲ ਕਹਿੰਦੇ ਆ, ਉਹ ਮੈਂ ਪੂਰਾ ਤਕਨੀਕ ਦੇ ਨਾਂ ਸ਼ਬਦ ਨਹੀਂ ਜਾਣਦਾ, ਉਹ 360 ਡਿਗਰੀ ਤੱਕ ਸਾਰੇ ਦਰਬਾਰ ਸਾਹਿਬ ਦੀ, ਜਿਵੇਂ ਕਹਿੰਦੇ ਹੁੰਦੇ ਆ, ਉਹ ਲਾਈਵ ਜਿਹੜੀ ਉਹ ਕਰਦੀ ਆ। ਰੇਡੀਓ ਰਾਹੀਂ ਲਾਈਵ ਕਰਦੇ ਆ, ਵੱਖ-ਵੱਖ ਚੈਨਲਾਂ ਰਾਹੀਂ, ਐਪ ਰਾਹੀਂ। ਸਾਡੇ ਤੋਂ ਇਸ ਗੱਲ ਲਈ ਕੋਈ ਵੀ ਲਿੰਕ ਲੈ ਸਕਦਾ, ਉਹ ਪ੍ਰਚਾਰ ਕਰ ਸਕਦਾ, ਕੋਈ ਐਸੀ ਗੱਲ ਨਹੀਂ। ਇਹ ਗੱਲ ਜਾਣਕਾਰੀ ਦੇ ਦਈਏ। ਬਾਕੀ ਤੁਸੀਂ ਆਪ ਹੀ ਗੱਲ ਕਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਵੱਲੋਂ ਕਿ ਆਪਣਾ ਜਿਹੜਾ ਚੈਨਲ ਸ਼ੁਰੂ ਕੀਤਾ ਜਾਵੇ। ਤੋਂ ਕਿਉਂਕਿ ਸਾਨੂੰ ਇਹ ਪਤਾ ਵੀ 1 ਸਾਲ ਨੂੰ ਜਿਹੜਾ ਕੰਟਰੈਕਟ ਵੀ ਸਾਡਾ ਖਤਮ ਹੋ ਜਾਣਾ, ਉਸ ਤੋਂ ਪਹਿਲਾਂ ਅਸੀਂ ਇਹ ਸਾਰੇ ਜਿਹੜੇ ਪ੍ਰਬੰਧ ਆ ਅਸੀਂ ਕਰ ਲੈਣੇ ਆ, ਗੁਰੂ ਕਿਰਪਾ ਕਰੇਗਾ। ਦੂਜੀ ਇੱਕ ਗੱਲ ਬੋਲੋ ਕਿ ਸਿੱਖ ਜਿਹੜੇ ਆ ਆਪਣੇ ਆਪ ਦੇ ਵਿੱਚ ਹਰ ਕੰਮ ਕਰਨ ਵਿੱਚ ਸਮਰੱਥ ਨੇ। ਤੁਸੀਂ ਜਿਹੜੀਆਂ ਗੱਲਾਂ ਕੀਤੀਆਂ, ਤੁਹਾਡਾ ਹੀ ਸਤਿਕਾਰ ਕਰਦੇ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਕਿ ਨਾ ਭਗਵੰਤ ਮਾਨ ਜੀ ਨੂੰ ਕਿਸੇ ਤਰ੍ਹਾਂ ਦੀ ਰੋਕ ਨਹੀਂ, ਉਹ ਪ੍ਰਚਾਰ ਕਰਨ, ਪ੍ਰਸਾਰ ਕਰਨ, ਕਿਉਂਕਿ ਗੁਰਬਾਣੀ ਤਾਂ ਸਭ ਦੀ ਸਾਂਝੀ ਆ। ਉਹ ਚੈਨਲ ਆਪਣਾ ਚਲਾਉਣ, ਕੋਈ ਬੜੇ ਧਾਰਮਿਕ ਸਥਾਨ ਨੇ, ਉੱਥੋਂ ਚੈਨਲ ਸ਼ੁਰੂ ਕਰਨ, ਉੱਥੋਂ ਕੁਝ ਵੀ ਕਰ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਡਟ ਕੇ ਸਹਿਯੋਗ ਵੀ ਕਰੇਗੀ, ਸਮਰਥਨ ਵੀ ਕਰੇਗੀ। ਚਲੋ ਜੀ, ਹਰਦੀਪ ਸਿੰਘ ਜੀ, ਤੁਸੀਂ ਇਸ ਪੂਰੇ ਜਿਹੜੀ ਸਿਆਸਤ ਹੋ ਰਹੀ ਹੈ, ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਪਹਿਲਾ ਸਵਾਲ ਤਾਂ ਮੇਰਾ। ਦੂਜਾ ਸਵਾਲ ਇਹਦੇ ਨਾਲ ਹੋਰ ਵੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਐਲਾਨ ਤਾਂ ਕਰਤਾ, ਕੋਈ ਹਜੇ ਤੱਕ ਰਿਟਨ ਡਾਕੂਮੈਂਟ ਕੋਈ ਨਹੀਂ ਗਿਆ ਐਸਜੀਪੀਸੀ ਕੋਲ, ਜਿੱਥੇ ਮੇਰੇ ਕੋਲ ਜਾਣਕਾਰੀ ਹੈ। ਜੇ ਗਿਆ ਹੋਊਗਾ ਤਾਂ ਐਸਜੀਪੀਸੀ ਦੇ ਨੁਮਾਇੰਦੇ ਹੁਣੇ ਬੋਲ ਪੈਣਗੇ। ਬੋਲੋ ਹਰਦੀਪ ਸਿੰਘ। ਦੇਖੋ, ਜਿਹੜੀ ਗੱਲ ਹੈ ਕਿ ਗੁਰਬਾਣੀ ਪ੍ਰਸਾਰਣ ਦੀ, ਇਸ ਦਾ ਮਿਸਯੂਜ਼ ਤੇ ਨੋ ਡਾਊਟ ਹੋਇਆ ਹੈ ਵਪਾਰਕ ਨਜ਼ਰੀਏ ਤੋਂ, ਔਰ ਉਹ ਕੱਲਾ ਵਪਾਰ ਤੱਕ ਹੀ ਸੀਮਤ ਨਹੀਂ। ਜੇ ਗੱਲ ਕਰੀਏ ਤੇ ਇਸ ਤੋਂ ਵੀ ਅੱਗੇ ਇੱਕ ਚੈਨਲ ਜਿਹੜਾ ਹੈ ਉਹ ਸਪੈਸੀਫਿਕ ਇਸ ਵਜ੍ਹਾ ਕਰਕੇ ਲੋਕਾਂ ਵਿੱਚ ਪ੍ਰਚਲਿਤ ਹੋਇਆ ਕਿ ਉੱਥੇ ਹੀ ਕੇਵਲ ਜਿਹੜੀ ਹੈ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਸੀ, ਤੇ ਉਸ ਦੇ ਰਾਹੀਂ ਫਿਰ ਜਿਹੜਾ ਹੈ ਆਪਣੀ ਰਾਜਨੀਤਿਕ ਮਨਸ਼ਾ ਤੇ ਵਪਾਰ ਸਾਰਾ ਕੁਝ ਜਿਹੜਾ ਹੈ ਉਹਦੇ ਰਾਹੀਂ ਹੋਇਆ। ਇਹਦੇ ਮੈਂ ਪਿਛੋਕੜ ਥੋੜੀ ਬਹੁਤ ਤੁਹਾਨੂੰ ਜਾਣਕਾਰੀ ਦੇਵਾਂ ਕਿ 1997 ਦੇ ਵਿੱਚ ਇਹ ਗੱਲ ਸ਼ੁਰੂ ਹੋਈ। ਉਦੋਂ ਜੋ ਹੈ ਇੱਕ ਪੰਜਾਬ ਟੂਡੇ ਚੈਨਲ ਸ਼ੁਰੂ ਹੋਇਆ, ਫਿਰ ਵਰਡ ਪੰਜਾਬੀ ਆਇਆ, ਫਿਰ ਉੱਥੋਂ ਜੋ ਹੈ ETC ਸ਼ੁਰੂ ਹੋਇਆ, ETC ਦਾ ਰਲੇਵਾਂ ਫਿਰ ਜ਼ੀ ਦੇ ਵਿੱਚ ਹੋਇਆ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ OPTC ਜੋ ਬਣਿਆ, ਉਸ PTC ਦੇ ਰਾਹੀਂ ਅੱਜ ਜੋ ਹੈ ਗੁਰਬਾਜ ਮੀਡੀਆ ਪ੍ਰਾਈਵੇਟ ਲਿਮਟਿਡ ਜਿਹੜੀ ਹੈ ਉਹ 99% ਸ਼ੇਅਰ ਰੱਖਦਿਆਂ ਹੋਇਆਂ PTC ਨੂੰ ਚਲਾ ਰਹੀ ਹੈ। ਔਰ ਦੇਖੋ ਕਿ ਜਿਹੜੇ ਨਾਮ ਸਾਹਮਣੇ ਚਰਚਾ ਵਿੱਚ ਆਉਂਦੇ ਨੇ, ਜਿੱਦਾਂ ਰਵਿੰਦਰ ਨਾਰਾਇਣਨ ਦਾ ਆਉਂਦਾ ਹੈ,
ਉਹ 0.5% ਸ਼ੇਅਰ ਹੋਲਡਰ ਹੈ। 99% ਸ਼ੇਅਰ ਹੋਲਡਰ ਜਿਹੜੀ ਹੈ ਉਹ ਗੁਰਬਾਜ ਮੀਡੀਆ ਪ੍ਰਾਈਵੇਟ ਲਿਮਟਿਡ ਆ। ਸੋ ਮੇਰੇ ਕਹਿਣ ਦਾ ਭਾਵ ਕਿ ਇਸ ਦੀ ਗੱਲ ਸ਼ੁਰੂਆਤ ਹੋਈ ਸੀ, ਜ਼ਰੂਰਤ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਹੋਵੇ, ਲੇਕਿਨ ਮੈਂ ਕਹਾਂ ਕਿ 1997 ਦੇ ਵਿੱਚ ਜਦੋਂ ਬਜਟ ਰੱਖਿਆ ਗਿਆ SGPC ਦਾ, ਉਸ ਵਕਤ 6 ਤੋਂ 7 ਕਰੋੜ ਰੁਪਈਆ ਜਿਹੜਾ ਹੈ ਉਹ ਸੁਜੈਸਟ ਕੀਤਾ ਗਿਆ ਸੀ ਕਿ ਆਪਣੀ ਜਿਹੜੀ ਹੈ ਗੁਰਬਾਣੀ ਪ੍ਰਸਾਰਣ ਰਿਲੇਟਡ ਕੋਸ਼ਿਸ਼ਾਂ ਕਰੀਏ। ਉਹ ਉਸ ਦੇ ਵਾਸਤੇ 6-7 ਕਰੋੜ ਦਾ ਅੰਦਾਜ਼ਾ ਮੈਨੂੰ ਹੈ ਕਿ ਬਜਟ ਰੱਖਿਆ ਗਿਆ ਸੀ। ਮੈਂ ਉਦੋਂ ਸਰਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਤੁਸੀਂ ਬਜਾਏ ਇਸ ਦੇ ਕਿ ਕੋਈ ਹੋਰ ਚੈਨਲ ਕਿਸੇ ਨੂੰ ਦੇਣ ਦੇ ਗੱਲ ਕਰਨ ਦੀ ਥਾਂ ਆਪ ਦਾ ਚੈਨਲ ਅਸੀਂ ਆਪਣਾ ਕੰਟਰੋਲ ਰੂਮ ਉੱਥੇ ਕ੍ਰੀਏਟ ਕਰੀਏ, ਉਹਦੀ ਹੋਵੇ ਔਰ ਉਹ ਸਾਰਿਆਂ ਨੂੰ ਲੰਗਰ ਵਾਂਗ ਜਿਹੜਾ ਹੈਗਾ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਵਜ੍ਹਾ ਦੇ ਉੱਤੇ ਤੇ ਆਪਣੀ ਜਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਪੰਥਕ ਰਵਾਇਤਾਂ ਤੇ ਗੁਰਮਤ ਦੇ ਅਨੁਸਾਰ ਹੀ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ। ਉਹ ਕਿਸੇ ਇੱਕ ਨੂੰ ਸਪੈਸੀਫਿਕ ਨੂੰ, ਉਦੋਂ ਗੱਲ ਸ਼ੁਰੂ ਹੋ ਰਹੀ ਸੀ ਜਿਸ ਤਰ੍ਹਾਂ ਵਰਡ ਪੰਜਾਬੀ ਦੀ ਹੋ ਰਹੀ ਸੀ ਜਾਂ ETC ਦੀ ਉਸ ਤੋਂ ਬਾਅਦ ਆਈ ਇਹ, ਲੇਕਿਨ ਇਸ ਵਿੱਚ ਵੀ ਕੋਈ ਦੋ ਰਾਇਆ ਨਹੀਂ ਕਿ SGPC ਕੋਲ ਕੋਈ ਵੀ ਜਿਹੜੇ ਨੇ ਕੋਈ ਐਕਸਪਰਟਸ ਨਹੀਂ ਸੀ ਇਸ ਫੀਲਡ ਦੇ। ਉਸ ਵਕਤ ਅੱਜ ਵਾਂਗ ਜਾਣਕਾਰੀ ਵੀ ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਅੱਜ ਹੈ ਮੀਡੀਆ ਦੀ ਔਰ ਬ੍ਰੌਡਕਾਸਟਿੰਗ ਤੇ ਟੈਲੀਕਾਸਟਿੰਗ ਦੇ ਰਿਲੇਟਡ, ਜਿਹੜੀ ਆਮ ਲੋਕਾਂ ਨੂੰ ਵੀ ਅੱਜ ਬਹੁਤ ਜਾਣਕਾਰੀ ਹੈ। ਤੇ ਉਦੋਂ ਉਹਨਾਂ ਨੇ ਜਿਹੜੀ ਕਮੇਟੀ ਬਣਾਈ, ਉਹ ਬਣਾਈ ਮੈਨੂੰ ਧਿਆਨ ਹੈ ਕਿ ਅਰਾਊਂਡ 2000 ਜਿਹੜੀ ਕਮੇਟੀ ਬਣਾਈ ਉਸ ਦੇ ਵਿੱਚ ਰਘੂਜੀਤ ਸਿੰਘ ਵਿਰਕ ਜਾਂ ਇੱਕ ਪਠਾਨਕੋਟ ਤੋਂ SGPC ਮੈਂਬਰ ਹੁੰਦੇ ਸੀ ਦਿਲਬਾਗ ਸਿੰਘ ਤੇ ਡਾਕਟਰ ਜੰਗ ਬਹਾਦਰ ਸਿੰਘ, ਇਸ ਤਰ੍ਹਾਂ ਦੀ ਕਮੇਟੀ। ਥੋੜਾ ਸੰਖੇਪ ਕਰ ਸਕਦੇ ਹਰਦੀਪ ਸਿੰਘ ਜੀ, ਆਪਾਂ ਥੋੜਾ ਸੰਖੇਪ ਕਰ ਸਕਦੇ ਬਿਲਕੁਲ ਜਾਣਕਾਰੀ। ਹਾਂ, ਸੋ ਮੇਰੇ ਕਹਿਣ ਦਾ ਭਾਵ ਕੀ ਹੈ ਕਿ ਬਿਲਕੁਲ SGPC ਦੇ ਜਿਹੜਾ ਸਟਾਫ ਸੀ, ਮੈਂਬਰ ਸੀ, ਉਹ ਬਿਲਕੁਲ ਸੋਝੀ ਇਸ ਪੱਖੋਂ ਨਾ ਰੱਖਦੇ ਆ ਤੇ ਵਪਾਰਕ ਮਨਸ਼ਾ ਵਾਲੇ ਲੋਕ ਭਾਵੇਂ ਉਹ ETC ਰਾਹੀਂ ਆਏ ਹੋਣ, ਵਰਡ ਪੰਜਾਬੀ ਰਾਹੀਂ ਆਏ ਹੋਣ, ਤੇ ਉਹਨਾਂ ਦੀ ਵਪਾਰਕ ਮਨਸ਼ਾ ਸੀ। ਤੇ ਇਸ ਵਜ੍ਹਾ ਕਰਕੇ ਜਦੋਂ ETC ਸੀ ਉਹ ਮਿਸਟਰ ਕੋਹਲੀ ਸੀ ਦਿੱਲੀ ਤੋਂ ਤੇ ਰਵਿੰਦਰ ਨਾਰਾਇਣਨ, ਇਹ ਦੋ ਜਣੇ ਚਲਾਉਂਦੇ ਸੀ। ਤੇ PTC ਨੇ ਕੀ ਕੀਤਾ ਕਿ ਰਵਿੰਦਰ ਨਾਰਾਇਣਨ ਨੂੰ ਤੇ ਵਿੱਚੋਂ ਪਿਕ ਕਰ ਲਿੱਤਾ ਤੇ ਆਪਣਾ ਹੀ ਚੈਨਲ ਘਰ ਦਾ ਕਿਉਂ ਨਾ ਚਲਾ ਲਿੱਤਾ ਜਾਵੇ। ਔਰ ਮੈਂ ਇਹ ਗੱਲ ਕਹਾਂ ਕਿ ਇਸ ਦੀ ਦੁਰਵਰਤੋਂ ਵਪਾਰਕ ਨਜ਼ਰੀਏ ਤੋਂ ਇੰਨੀ ਕੁ ਜ਼ਿਆਦਾ ਖਰਬਾਂ ਆਪਾਂ ਮੌਜੂਦਾ ਦੌਰ ਤੋਂ ਆਪਾਂ ਪਾਸੇ ਹੋ ਰਹੇ ਹਾਂ ਹਰਦੀਪ ਸਿੰਘ ਜੀ। ਮੌਜੂਦਾ ਲੇਕਿਨ ਥੋੜੀ ਬੇਸਿਕ ਜਾਣਕਾਰੀ ਜ਼ਰੂਰ ਮੈਂ 1 ਮਿੰਟ ਦੇ ਫਿਨਿਸ਼ ਕਰ ਰਿਹਾ। ਉਹ ਇਹ ਹੈ ਕਿ ਖਰਬਾਂ ਡਾਲਰ ਜਿਹੜਾ ਸੰਗਤਾਂ ਦਾ ਗੁਰਬਾਣੀ ਦੇ ਨਾਂ ਦੇ ਉੱਤੇ ਉਹ ਇਹਨਾਂ ਵਪਾਰਕ ਅਦਾਰਿਆਂ ਨੂੰ ਗਿਆ ਹੈ, ਇਹ ਬਿਲਕੁਲ ਗਲਤ ਸੀ। ਔਰ ਮੈਂ ਜੇ ਕਹਾਂ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹੀ ਮੇਰੀ 97 ਵਾਲੀ ਹੀ ਅਪੀਲ ਹੈ ਕਿ ਆਪਣਾ ਚੈਨਲ ਚਲਾਉਣਾ ਚਾਹੀਦਾ, ਕਿਸੇ ਸਰਕਾਰ ਦਾ ਨਹੀਂ ਚੱਲਣਾ ਚਾਹੀਦਾ। ਇਸ ਦੇ ਮੈਂ ਕਤਈ ਹੱਕ ਚ ਨਹੀਂ ਹਾਂ, ਹਾਲਾਂਕਿ ਕਿਉਂਕਿ ਇਹ ਰਾਜਨੀਤਿਕ ਦਬਾਅ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਅੱਜ ਕਹੇਗਾ ਕਿ ਨਹੀਂ ਜੀ ਭਾਵੇਂ ਸਰਕਾਰ ਚਲਾ ਲਵੇ, ਬਿਲਕੁਲ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। SGPC ਦਾ, ਸਿੱਖਾਂ ਦਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਿੱਖ ਕੌਮ ਦਾ ਆਪਣਾ ਚੈਨਲ ਹੋਣਾ ਚਾਹੀਦਾ ਜਿੱਥੇ ਕਿ ਸਭ ਨੂੰ ਗੁਰਬਾਣੀ ਦਾ ਪ੍ਰਸਾਰਣ ਲੰਗਰ ਵਾਂਗ ਆਮ ਹੋਣਾ ਚਾਹੀਦਾ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਕਿਉਂ ਹੋ ਰਹੀ ਹੈ? ਹਰਦੀਪ ਸਿੰਘ ਕਹਿੰਦੇ ਆ ਕਿ ਇਹਦੇ ਬੇਸਿਕਸ ਸਾਨੂੰ ਸਮਝਣੇ ਪੈਣਗੇ, ਪਰ SGPC ਨੂੰ ਸਾਰੇ ਬੇਸਿਕਸ ਪਤਾ, ਇਸ ਸਰਕਾਰ ਨੂੰ ਵੀ ਪਤਾ, ਜਿਹੜੀ ਹੁਣ ਸਰਕਾਰ ਬਣੀ ਇਸ ਨੂੰ ਵੀ ਪਤਾ ਹੈਗੇ, ਪਰ ਇਸ ਦੇ ਬਾਵਜੂਦ ਇਹ ਮੁੱਦਾ ਕਿਉਂ ਸਾਡੇ ਅੱਗੇ ਰੱਖਿਆ ਜਾ ਰਿਹਾ? ਸਵਾਲ ਇਹ ਹੈਗੀ ਆ। ਸਵਾਲ ਇਹ ਵੀ ਪੁੱਛਿਆ ਜਾਊਗਾ ਕਿ ਅਕਾਲੀ ਦਲ ਇਹ ਕਹਿ ਰਿਹਾ ਕਿ ਸੰਗਤ ਦੀ ਆਵਾਜ਼ ਉਦੋਂ ਦੀਆਂ ਸਰਕਾਰਾਂ ਨੇ ਨਹੀਂ ਸੁਣੇਗੀ, ਤੇ ਇਹਦਾ ਮਤਲਬ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਕੋ। ਅਸੀਂ ਵੱਡਾ ਸਵਾਲ ਪੁੱਛ ਰਹੇ ਹਾਂ, ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ 'ਚ ਪੋਲਿਟਿਕਸ ਦੀ ਐਂਟਰੀ ਦਾ ਜ਼ਿੰਮੇਵਾਰ ਕੌਣ ਹੈ? ਗੌਰਵ ਸੰਧੂ, ਕਾਂਗਰਸ ਦਾ ਟੇਕ ਕੀ ਹੈ? ਦੇਖੋ KP ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਾਂਗਾ, ਕਾਂਗਰਸ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ। ਅਸੀਂ ਛੇਤੀ ਧਾਰਮਿਕ ਮੁੱਦਿਆਂ ਦੇ ਵਿੱਚ ਕਿਸੇ ਵੀ ਧਰਮ ਦੇ ਇੰਟਰਫੇਅਰ ਨਹੀਂ ਕਰਦੇ। ਪਰ ਮੇਰੀ ਜੇ ਤੁਸੀਂ ਨਿੱਜੀ ਰਾਏ ਸੁਣਨੀ ਚਾਹੋਗੇ ਤਾਂ ਕਾਫੀ ਟਾਈਮ ਹੈ, ਜਿਵੇਂ ਹੁਣ ਸਾਡੇ ਆਪਣੇ ਸ਼ਾਇਦ ਗਰੇਵਾਲ ਸਾਹਿਬ ਨੇ, ਸ਼੍ਰੋਮਣੀ ਕਮੇਟੀ ਮੈਂਬਰ ਨੇ, ਸਤਿਕਾਰਯੋਗ, ਇਹਨਾਂ ਨੇ ਕਿਹਾ ਵੀ ਸਾਡਾ ਕੰਟਰੈਕਟ ਪਿਆ 1 ਸਾਲ ਦਾ PTC ਨਾਲ। ਸਰਕਾਰ ਜਿਹੜੀ ਬਣੀ ਆਮ ਆਦਮੀ ਪਾਰਟੀ ਦੀ, CM ਭਗਵੰਤ ਮਾਨ ਜੀ, ਮੇਰਾ ਖਿਆਲ ਇੱਕ ਦਿਨ ਦੇ ਵਿੱਚ 2 ਜਿਹੜੇ ਨੇ ਐਲਾਨ ਕਰਦੇ ਨੇ।
ਤੇ ਆ ਪਿੱਛੇ 36000 ਮੁਲਾਜ਼ਮ ਪੱਕੇ ਕਰਨ ਦਾ ਕੀਤਾ ਸੀਗਾ, ਬੜਾ ਰੌਲਾ ਪੈ ਗਿਆ ਸੀ, ਬੜੀ ਜਲਦੀ ਪੱਕੇ ਕਰ ਮੁਲਾਜ਼ਮ ਜਿਸ ਤਰ੍ਹਾਂ ਪੱਕੇ ਗੌਰਵ ਸੰਧੂ ਸਿੱਧਾ ਆ ਜੀ ਨਾ, ਆਪਾਂ ਗੌਰਵ ਸੰਧੂ ਸਿੱਧਾ ਆ ਜੀ, ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਬਹੁਤ ਮੈਂ ਸਿੱਧਾ ਆ ਜਾਣਾ ਨਾ ਗੌਰਵ ਸੰਧੂ, ਮੈਂ ਸਿੱਧਾ ਆ ਜਾਣਾ ਨਾ ਤੁਹਾਡੇ ਸਵਾਲ ਤੇ ਸਿੱਧਾ ਆ ਰਿਹਾ ਗੌਰਵ ਸੰਧੂ। ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਨੇ ਸ਼ਗੂਫਾ ਛੱਡਿਆ? ਹਾਂ ਮੈਂ ਬਿਲਕੁਲ ਇਹ ਦੇਖੋ ਅਜੇ ਇਹਨਾਂ ਨੂੰ ਉਹਨਾਂ ਮੁੱਦਿਆਂ ਵੱਲ ਦੇਖਣਾ ਚਾਹੀਦਾ ਜਿਹੜੇ ਪੰਜਾਬ ਦੇ ਲੋਕਾਂ। ਗੁਰਬਾਣੀ ਦਾ ਪ੍ਰਸਾਰਣ ਬਹੁਤ ਵਧੀਆ ਹੋ ਰਿਹਾ, ਠੀਕ ਹੈ, ਜਿਹੜਾ ਮਰਜ਼ੀ ਚੈਨਲ ਕਰ ਰਿਹਾ ਹੈ, ਦਰਬਾਰ ਸਾਹਿਬ ਤੋਂ ਆ ਰਿਹਾ ਹੈ। ਇਹ ਜਿਹੜਾ ਫਰਜ਼ ਹੈ ਸ਼੍ਰੋਮਣੀ ਕਮੇਟੀ ਦਾ ਬਣਦਾ ਹੈ। ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਮਤਲਬ ਕਿਉਂ ਨਹੀਂ ਆਪਣਾ ਚੈਨਲ 10 ਚੈਨਲ ਸ਼੍ਰੋਮਣੀ ਕਮੇਟੀ ਲਾਂਚ ਕਰ ਸਕਦੀ ਹੈ ਗੁਰਬਾਣੀ ਪ੍ਰਸਾਰਣ ਦੇ, ਪਰ ਕਿਸੇ ਨੇ ਵੀ ਉਹਦੇ ਵੱਲ ਦੇਖਿਆ ਨਹੀਂ। ਇਹ ਜ਼ਰੂਰ ਆਪਣੇ ਹਰਦੀਪ ਜੀ ਕਹਿ ਰਹੇ ਨੇ ਵੀ ਇਹ ਨਿੱਜੀ ਫਾਇਦੇ ਲਈ ਇੱਕ ਚੈਨਲ ਨੂੰ ਪ੍ਰਮੋਟ ਕਰਨ ਲਈ ਦਰਬਾਰ ਸਾਹਿਬ ਦਾ ਜਿਹੜਾ ਓਟ ਆਸਰਾ ਲਿਆ ਗਿਆ ਗੁਰਬਾਣੀ ਦੇ ਪ੍ਰਸਾਰਣ ਦਾ। ਤੇ ਦੂਜੀ ਗੱਲ ਇਹ ਜੇ ਸ਼੍ਰੋਮਣੀ ਕਮੇਟੀ ਦਿਲੋਂ ਚਾਹੁੰਦੀ ਜਾਂ ਜਿਹੜੀ ਵੀ ਇਹ ਕਲਾਸ ਦੀ ਗ੍ਰਿਫਤ ਦੇ ਵਿੱਚ ਹੈ, ਅਕਾਲੀ ਦਲ ਦੀ ਗ੍ਰਿਫਤ ਦੇ ਵਿੱਚ ਹੈ, ਉਹ ਸ਼੍ਰੋਮਣੀ ਕਮੇਟੀ ਨੂੰ ਇੰਡੀਪੈਂਡੈਂਟਲੀ ਕੰਮ ਨਹੀਂ ਕਰਨ ਦਿੰਦੇ। ਇਸੇ ਕਰਕੇ ਹੀ ਪੀਟੀਸੀ ਓਨਲੀ ਵਨ ਚੈਨਲ ਦੀ ਮੋਨੋਪੋਲੀ ਸੀਗੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਦੀ। ਇਹ 10 ਸਾਲ ਆਪਾਂ ਸਾਰਿਆਂ ਨੂੰ ਪਤਾ ਹੈ। ਜੇ ਦਰਬਾਰ ਸਾਹਿਬ ਦੇ ਵਿੱਚ ਆਪਣੀਆਂ ਬਾਹਰੋਂ ਸੰਗਤਾਂ ਨੇ, ਐਨਆਰਆਈ ਨੇ, ਉਹ ਵਾਟਰ ਟ੍ਰੀਟਮੈਂਟ ਪਲਾਂਟ ਲਾ ਸਕਦੇ ਨੇ ਸਰੋਵਰ ਸਾਹਿਬ ਦੀ ਸਫਾਈ ਲਈ, ਪਾਣੀ ਨੂੰ ਸਾਫ਼ ਰੱਖਣ ਲਈ, ਜਾਂ ਹੋਰ ਸੇਵਾ ਪਾ ਸਕਦੇ ਨੇ। ਤੇ ਚੈਨਲ ਕੋਈ ਵੱਡੀ ਗੱਲ ਨਹੀਂ ਗੀ ਵੀ ਚੈਨਲ ਸ਼੍ਰੋਮਣੀ ਕਮੇਟੀ ਇੱਕ ਵਾਰ ਬੇਨਤੀ ਕਰਦੀ ਕਿਸੇ ਵੀ ਸੰਸਥਾ ਨੂੰ, ਜਾਂ ਆਪ ਵੀ ਇਹਨਾਂ ਦਾ ਇੰਨਾ ਜ਼ਿਆਦਾ ਬਜਟ ਹੈ ਪਰ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਹੈ, ਜਿਹੜਾ ਇਹਨਾਂ ਨੇ ਹੁਣੇ ਸ਼ਗੂਫਾ ਛੱਡਤਾ ਹੈ ਵੀ ਅਸੀਂ ਹਾਈਟੈਕ ਕੈਮਰਿਆਂ ਦੇ ਨਾਲ ਪ੍ਰਸਾਰਣ ਕਰਾਂਗੇ। ਪਹਿਲੀ ਗੱਲ ਤਾਂ ਇਹ ਦੂਰਦਰਸ਼ਨ ਤੇ ਪ੍ਰਸਾਰਣ ਹੋਣਾ ਚਾਹੀਦਾ ਹੈ ਵੀ ਜਿਹੜਾ ਫ੍ਰੀ ਚੈਨਲ ਹੈ ਪਿੰਡਾਂ ਤੱਕ, ਗਰੀਬ ਲੋਕਾਂ ਤੱਕ ਵੀ ਪਹੁੰਚਣਾ ਚਾਹੀਦਾ। ਦੂਰਦਰਸ਼ਨ ਦੇ ਪ੍ਰਸਾਰਣ ਸਾ ਸਟੇਟ ਗਵਰਨਮੈਂਟ ਕਿਵੇਂ ਕਰਵਾ ਲੂਗੀ? ਗੌਰਵ ਸੰਧੂ ਦੂਰਦਰਸ਼ਨ ਤੇ ਪ੍ਰਸਾਰਣ ਸਾ ਸਟੇਟ ਗਵਰਨਮੈਂਟ ਕਿਵੇਂ ਕਰਵਾ ਲੂਗੀ ਸਰ? ਸਰ ਇੱਕ ਮਿੰਟ, ਇਹ ਤਾਲਮੇਲ ਬਣਾਉਣਾ ਚਾਹੀਦਾ ਹੈ। ਤਾਲਮੇਲ ਜੇ ਪੀਟੀਸੀ ਲੈ ਸਕਦਾ, ਦੂਰਦਰਸ਼ਨ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ? ਤੋਂ ਇੱਕ ਗੱਲ। ਦੂਜੀ ਗੱਲ ਹੈ ਇਹ ਜਿਹੜੇ ਮਸਲੇ ਨੇ, ਜਿਵੇਂ ਪ੍ਰਸਾਰਣ ਦਾ ਮਸਲਾ ਹੈ, ਇਹ ਸਿਰਫ ਤੇ ਸਿਰਫ ਇਹਨਾਂ ਦੀ ਕੋਈ ਪਿੱਛੇ ਚਾਲ ਹੈ ਇਹਦੇ ਸ਼੍ਰੋਮਣੀ ਕਮੇਟੀ ਨੂੰ ਹਥਿਆਉਣ ਦੀ ਜਾਂ ਉਹਦੇ ਤੇ ਕਬਜ਼ਾ ਕਰਨ ਦੀ। ਠੀਕ। ਗੁਰਚਰਨ ਸਿੰਘ ਗਰੇਵਾਲ, ਤੁਹਾਨੂੰ ਵੀ ਉਹ ਲੱਗਦਾ ਕਾਂਗਰਸ ਨੇ ਜਿਹੜਾ ਸ਼ੰਕਾ ਜਤਾਇਆ ਤੁਹਾਡੇ ਹੱਕ ਵਿੱਚ ਜਤਾਤਾ ਉਹਨਾਂ ਨੇ ਸ਼ੰਕਾ, ਤੁਹਾਨੂੰ ਵੀ ਉਹ ਲੱਗਦਾ ਕਿ ਕੋਈ ਚਾਲ ਹੈ ਆਮ ਆਦਮੀ ਪਾਰਟੀ ਦੀ? ਦੇਖੋ ਮੈਂ ਫੇਰ ਇਹ ਗੱਲ ਕਰਦਾ ਜੀ, ਬੜੀ ਸੋਹਣੀ ਗੱਲ ਕੀਤੀ ਆ ਸਾਡੇ ਭਾਈ ਸਾਹਿਬ ਉਹਨਾਂ ਨੇ, ਸੰਧੂ ਸਾਹਿਬ ਨੇ, ਇਸ ਗੱਲ ਦੀ ਪੁਸ਼ਟੀ ਕੀਤੀ ਆ ਉਹਨਾਂ ਨੇ ਕਿ ਜੋ ਪ੍ਰਸਾਰਣ ਹੋ ਰਿਹਾ ਸਹੀ ਹੋ ਰਿਹਾ। ਤੇ ਇਹ ਗੱਲ ਇਕੱਲੇ ਸੰਧੂ ਸਾਹਿਬ ਨਹੀਂ, ਬਾਕੀ ਮੇਰਾ ਸੰਘੇੜਾ ਸਾਹਿਬ ਵੀ ਇਸ ਗੱਲ 'ਚ ਮੰਨਦੇ ਹੋਣਗੇ ਤੇ ਆਪਣੇ ਹਰਦੀਪ ਜੀ ਵੀ ਮੰਨਦੇ ਆ ਇਸ ਗੱਲ 'ਚ, ਠੀਕ ਹੈ ਨਾ ਜੀ। ਪਰ ਮੈਂ ਇੱਕ ਤੁਹਾਨੂੰ ਜਾਣਕਾਰੀ ਦੇ ਦਿੰਦਾ, ਸਰਦਾਰ ਹਰਦੀਪ ਸਿੰਘ ਮੇਰੇ ਬਹੁਤ ਸਤਿਕਾਰਯੋਗ ਨੇ, ਸਾਡੇ ਮਿੱਤਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇ। ਉਹਨਾਂ ਨੇ ਆਪਣੇ ਇੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਆ ਟੋੜਾ ਸਾਹਿਬ ਵੇਲੇ ਬਿਲਕੁਲ ਸੰਬੰਧਿਤ ਰਹੇ ਹੋਣੇ ਉਸ ਸਮੇਂ ਨਾਲ। ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਉਦੋਂ ਸ਼੍ਰੋਮਣੀ ਕਮੇਟੀ ਕੋਲੇ ਇਸ ਤਰ੍ਹਾਂ ਦੀ ਟੈਕਨੋਲੋਜੀ ਦੀ ਜਾਣਕਾਰੀ ਨਹੀਂ ਸੀ, ਅੱਜ ਆ ਚੁੱਕੀ ਹੈ, ਕੋਈ ਸ਼ੱਕ ਨਹੀਂ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਗੱਲ ਲਈ ਜਿਹੜਾ ਬਦਨਾਮ ਕੀਤਾ ਜਾ ਰਿਹਾ, ਮੈਂ ਕਿਸੇ ਚੈਨਲ ਦੀ ਤਰਫਦਾਰੀ ਨਹੀਂ ਕਰਦਾ, ਅੱਜ ਦੀ ਗੱਲ ਨਹੀਂ ਕਰਦਾ, ਬੜੇ ਦਿਨ ਪਹਿਲਾਂ ਵੀ ਅਸੀਂ ਇਸ ਗੱਲ ਸਪਸ਼ਟ ਕਰਤਾ ਸੀ ਕਿ ਕਿਸੇ ਚੈਨਲ ਦਾ, ਭਾਵੇਂ ਉਹ ਕਿਸੇ ਕਿੱਡੇ ਵੱਡੇ ਸਿਆਸੀ ਬੰਦੇ ਦਾ ਚੈਨਲ ਕਿਉਂ ਨਾ ਹੋਵੇ, ਪਰ ਜਦੋਂ ਉਹਦੇ ਬਾਰੇ ਫੈਸਲਾ ਹੋਊਗਾ ਤਾਂ ਖੁੱਲੇ ਮੈਦਾਨ 'ਚ ਹੋਊਗਾ। ਸੋ ਉਸ ਚੈਨਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1 ਰੁਪਈਆ ਦਾ ਰਵਾਦਾਰ ਨਹੀਂ, ਕਰੀਬ 3 ਕਰੋੜ ਦੇ ਕਰੀਬ, ਇਹਦੀ ਮੇਰੀ ਪੂਰੀ ਸੁਣ ਲਓ ਜੀ, 3 ਕਰੋੜ ਦੇ ਕਰੀਬ ਉਹ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਜਿਵੇਂ ਕਹਿੰਦੇ ਜਿਵੇਂ ਸੇਵਾ ਦਿੰਦਾ, ਗੁਰਬਾਣੀ ਭਾਵੇਂ ਖਰੀਦੀ ਨਹੀਂ ਜਾ ਸਕਦੀ ਪਰ ਉਹ ਸੇਵਾ ਦਿੰਦਾ। ਦੂਸਰੇ ਕਿੰਨੇ ਵੱਡੇ ਚੈਨਲ ਆ ਉਹ ਪੈਸੇ ਲੈਂਦੇ ਆ, ਇਹ ਗੱਲ ਕਲੀਅਰ ਹੈ। ਦਿੱਲੀ ਤੋਂ ਲੈ ਲਓ, ਹਜੂਰ ਸਾਹਿਬ ਤੋਂ ਲੈ ਲਓ, ਪਟਨਾ ਸਾਹਿਬ ਤੋਂ ਲੈ ਲਓ, ਅਸੀਂ ਇਹ ਨਹੀਂ ਇਤਰਾਜ਼ ਕਰਦੇ ਕਿ ਉਹ ਪੈਸੇ ਕਿਉਂ ਲੈਂਦੇ ਆ, ਪਰ ਇੱਕ ਜ਼ਿਕਰ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਜਿਸ ਚੈਨਲ ਨੂੰ ਚਲਾ ਰਹੀ ਆ, ਉਹ ਸ਼੍ਰੋਮਣੀ ਕਮੇਟੀ ਤੋਂ 1 ਰੁਪਈਏ ਦਾ ਰਵਾਦਾਰ ਨਹੀਂ ਅੱਜ ਤੱਕ, ਤੇ ਸਾਰੇ ਪ੍ਰਬੰਧ ਜਿਹੜੇ ਉਹ ਕਰਦਾ। ਦੂਜੀ ਗੱਲ ਇਹ ਆ, ਜਿਹੜੀ ਗੱਲ ਅੱਜ ਕਰਨ ਵਾਲੀ ਆ ਕਿ ਇਹ ਫਿਕਰਮੰਦੀ, ਮੈਂ ਅੱਜ ਫੇਰ ਇਹ ਗੱਲ ਕਰਦਾ ਕਿ ਜਿਹੜੀ ਭਗਵੰਤ ਮਾਨ ਜੀ ਦੀ ਸ਼ਬਦਾਵਲੀ ਆ, ਉਹ ਸ਼ਬਦਾਵਲੀ ਦੇ ਵਿੱਚ ਮੈਂ ਸ਼ਬਦੀ ਤੌਰ ਤੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਦਾ, ਪਰ ਸਿੱਖੀ ਵਾਸਤੇ ਬੜੇ ਵੱਡੇ ਚੈਲੰਜ ਨੇ। ਦਵਿੰਦਰਪਾਲ ਸਿੰਘ ਭੁੱਲ ਸਿੱਖ ਹੈ ਨਾ, ਸਿੱਖ ਭਾਵਨਾ ਦੀ ਗੱਲ ਕਰਦੇ ਆ, ਉਹਨੂੰ ਰਿਆ ਕਿਉਂ ਨਹੀਂ ਕਰਦੇ? ਸੰਘੇੜਾ ਸਾਹਿਬ ਕਰਵਾਓ। ਦਰਬਾਰ ਸਾਹਿਬ ਨੂੰ ਆਉਣ ਵਾਲਾ ਵਿਰਾਸਤੀ ਮਾਰਗ, ਜਿੱਥੇ ਲੱਖਾਂ ਸੰਗਤ ਜਿਹੜੀ ਹਰ ਰੋਜ਼ ਉੱਥੇ ਆਉਂਦੀ ਆ, ਉਹ ਤੁਸੀਂ ਵੇਖ ਲਓ ਕੀ ਹਾਲਾਤ ਨੇ। ਚਲੋ ਮੈਂ ਹੋਰ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਮੈਂ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਠੀਕ ਮੈਂ ਹੋਰ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਹਰਦੀਪ ਸਿੰਘ ਕੋਲ ਵੀ ਜਾਵਾਂਗੇ, ਮਿਸਟਰ ਸੰਘੇੜਾ ਕੋਲ ਵੀ ਜਾਵਾਂਗੇ। ਇਹ ਜਿਹੜੀ ਪੋਲਿਟਿਕਸ ਹੋ ਰਹੀ ਹੈ, ਉਸ ਪੋਲਿਟਿਕਸ ਦੀ ਐਂਟਰੀ ਦਾ ਜ਼ਿੰਮੇਵਾਰ ਕੌਣ ਹੈ? ਮੇਰਾ ਸਵਾਲ ਇਹ ਹੈ, ਹੋ ਸਕਦਾ ਇਸ ਡਿਬੇਟ ਦੇ ਵਿੱਚ ਉਸ ਸਵਾਲ ਦਾ ਜਵਾਬ ਆ ਮੈਨੂੰ ਅਖੀਰ ਤੇ ਜਾ ਕੇ ਮਿਲ ਜਾਵੇ। ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਐਂਟਰੀ ਦਾ ਜ਼ਿੰਮੇਵਾਰ ਕੌਣ ਹੈਗਾ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਨ 'ਚ ਪੋਲਿਟਿਕਸ ਦੀ ਐਂਟਰੀ ਦਾ ਜ਼ਿੰਮੇਵਾਰ ਕੌਣ ਹੈ? ਗਰੇਵਾਲ ਸਾਹਿਬ ਇੱਕ ਛੋਟਾ ਜਿਹਾ ਜਵਾਬ ਦੇ ਦਿਓ ਮੈਨੂੰ ਕਿਰਪਾ ਕਰਕੇ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਕੋਲ ਜਾਣਾ। ਗਰੇਵਾਲ ਸਾਹਿਬ, ਤੁਹਾਡੇ ਲੀਡਰ ਇਹ ਗੱਲ ਕਹਿ ਰਹੇ ਹੈ ਕਿ ਸਮੇਂ ਦੀ ਸਰਕਾਰ ਨੇ ਸੰਗਤ ਦੀ ਗੱਲ ਸੁਣੀ ਨਹੀਂ, ਇਸ ਕਰਕੇ ਸਾਨੂੰ ਨਿੱਜੀ ਚੈਨਲ ਦਾ ਰੁਖ ਕਰਨਾ ਪਿਆ। ਗਰੇਵਾਲ ਸਾਹਿਬ ਸਰ, ਸਰਕਾਰ ਤਾਂ ਤੁਹਾਡੀ ਵੀ ਰਹੀ ਹੈ ਸਰ। ਇੱਕ ਮਿੰਟ ਸਰ, ਸੁਣ ਤਾਂ ਲਓ ਨਾ ਸਰ, ਸੁਣ ਤਾਂ ਲਓ ਨਾ। ਗਰੇਵਾਲ ਸਾਹਿਬ ਸਵਾਲ ਤਾਂ ਸੁਣ ਲਓ ਨਾ ਪੂਰਾ, ਉਸ ਤੋਂ ਜਵਾਬ ਦੇ ਦਿਓ। ਗਰੇਵਾਲ ਸਾਹਿਬ, ਸਰਕਾਰ ਤਾਂ ਤੁਹਾਡੀ ਵੀ ਰਹੀ ਹੈ, ਇਹਦੇ ਵਿੱਚ ਸੰਗਤ ਦੀ ਤੁਸੀਂ ਵੀ ਨਹੀਂ ਸੁਣੀ। ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਦੇ ਹਾਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡੀ ਸੰਸਥਾ ਵਾ। ਇਹ ਹਰ ਕੰਮ, ਹਰ ਸੇਵਾ, ਹਰ ਪ੍ਰਚਾਰ ਪ੍ਰਸਾਰ ਲਈ ਬਣੀ ਆ। ਸਰਕਾਰ ਦੀ ਸਹਿਯੋਗ ਕਿਤੇ ਲੋੜ ਪਵੇ ਤਾਂ ਲੈ ਸਕਦੇ ਆ। ਅਸੀਂ ਤਾਂ ਬੜੀ ਦੇਰ ਮੰਗ ਕੀਤੀ ਆ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਕਿ ਅੱਧਾ ਘੰਟਾ ਜਿਹੜਾ ਪ੍ਰਸਾਰਣ ਕੀਤਾ ਜਾਵੇ। ਉਸ ਸਮੇਂ ਦੀ ਤਕਨੀਕ ਇਸ ਤਰ੍ਹਾਂ ਦੀ ਸੀ, ਨਹੀਂ ਸੀ ਕੀਤਾ ਗਿਆ, ਪਰ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੋੜ ਵਾਸਤੇ ਇਹ ਸਰਕਾਰਾਂ ਤੋਂ ਇਸ ਗੱਲ ਦੀ ਕੋਈ ਅਸੀਂ ਲੋੜ ਨਹੀਂ ਸਮਝਦੇ। ਸਰਕਾਰਾਂ ਦਾ ਕੋਈ ਮਸਲਾ ਨਹੀਂ, ਸਿੱਖਾਂ ਦਾ ਆਪਣਾ ਮਸਲਾ ਹੈ, ਆਪਣੇ ਆਪ ਇਹ ਕਰ ਲੈਣ। ਠੀਕ ਹੈ। ਇਹਦਾ ਮਤਲਬ ਐਸਜੀਪੀਸੀ ਬਿਨਾ ਕੋਈ ਮਤਾ ਆਇਆ, ਬਿਨਾ ਕੋਈ ਐਪਲੀਕੇਸ਼ਨ ਆਈ, ਬਿਨਾ ਕੋਈ ਅਪੀਲ ਆਈ, ਸਿੱਧਾ ਖਾਰਿਜ ਕਰਦੀ ਆਮ ਆਦਮੀ ਪਾਰਟੀ ਸਰਕਾਰ ਦੀ ਇਸ ਅਪੀਲ ਨੂੰ? ਨਹੀਂ ਜੀ, ਇਹ ਕੋਈ ਮੈਂ ਤਾਂ ਖਰਚ ਕੀਤਾ ਹੀ ਨਹੀਂ ਜੀ। ਮੈਂ ਤਾਂ ਪਹਿਲਾਂ ਸਤਿਕਾਰ ਹੀ ਇਹਨਾਂ ਦਾ। ਮੈਨੂੰ ਐਕਚੁਅਲੀ ਅੱਜ ਘੱਟ ਸਮਝ ਆ ਰਹੀ ਹੈ ਸਰ, ਤੁਸੀਂ ਸਾਰੇ ਲੋਕ ਕਹਿ ਕੀ ਰਹੇ ਹੋ, ਮੈਂ ਕੋਸ਼ਿਸ਼ ਕਰ ਰਿਹਾ ਸਮਝ ਆਵਾਂ ਸਰ, ਮੈਨੂੰ ਅੱਜ ਘੱਟ ਸਮਝ ਆ ਰਹੀ ਹੈ। ਤੁਹਾਨੂੰ ਸਾਰੀ ਸਮਝ ਆ। ਹਾਂ ਹਰਦੀਪ ਸਿੰਘ ਜੀ, ਵਧੀਆ ਦੱਸ ਸਕਦੇ ਆ, ਪਰ ਮੈਂ ਅੱਜ ਇਸ ਤਰ੍ਹਾਂ ਦੇ ਕੋਈ ਕਟਾਕਸ਼ ਨਹੀਂ ਕਰੂੰਗਾ। ਚਲੋ ਠੀਕ। ਪਰ ਆਉਣ ਵਾਲਾ ਸਮਾਂ ਇਸ ਗੱਲ ਦਾ ਜਵਾਬ ਦੇਗਾ। ਠੀਕ। ਹਰਦੀਪ ਸਿੰਘ ਜੀ ਸਰ, ਵੈਸੇ ਤੁਸੀਂ ਤਾਂ ਆਪਦੀ ਗੱਲ ਇੱਕ ਕਹਿਣੀ ਹੈ, ਪਰ ਮੇਰਾ ਸਵਾਲ ਵੀ ਨਾਲ ਲੈ ਲਓ ਸਰ। ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਕਿਤੇ ਇਹ ਗੱਲ ਕੀਤੀ ਗਈ ਸੀ ਗੁਰਬਾਣੀ ਦੇ ਪ੍ਰਸਾਰਣ ਬਾਰੇ? ਕੋਈ ਗੱਲ ਹੋਈ ਸੀ ਸਰ? ਜੀ, ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜਾ ਗੁਰਬਾਣੀ ਪ੍ਰਸਾਰਣ ਦੀ ਗੱਲ ਸੀ, ਜਿਹੜੀ ਉਦੋਂ ਦੀ ਕੇਂਦਰ ਸਰਕਾਰ ਨੇ ਨਹੀਂ ਮੰਨੀ, ਜਿਹੜੀ ਕਿ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸਾਨੂੰ, ਉਹਨਾਂ ਦੇ ਵਿੱਚ ਇੱਕ ਅਹਿਮ ਸੀ, ਇਸ ਵਿੱਚ ਕੋਈ ਦੋ ਰਾਇ ਨਹੀਂ। ਔਰ ਜੇ ਮੈਂ ਗੱਲ ਕਹਾਂ ਕਿ ਜਦੋਂ ਤੋਂ ਇਹ ਗੱਲ ਸ਼ੁਰੂ ਹੋਈ 1998 ਦੇ ਨੇੜੇ ਤੋਂ ਚੈਨਲ ਸਟਾਰਟ ਕਰਨ ਦੀ ਜਾਂ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ, ਉਦੋਂ ਘੱਟ ਜਿਹੜੀ ਹੈਗੀ ਹੈ ਨੋ ਹਾਊ ਸੀਗੀ, ਉਦੋਂ ਜਾਣਕਾਰੀ ਘੱਟ ਸੀ। ਲੇਕਿਨ ਜਿਹੜਾ ਉਸ ਵਕਤ ਵੀ ਇੰਨਾ ਸਿੰਪਲ ਕੰਮ ਹੋ ਸਕਦਾ ਸੀ ਕਿ ਆਪਣਾ ਜਿਹੜਾ ਉੱਤੇ ਕੰਟਰੋਲ ਰੂਮ ਬਣਾ ਕੇ ਆਪਣੀ ਕੱਲੀ ਜਿਹੜੀ ਵੀਡੀਓਗ੍ਰਾਫੀ ਕਰਕੇ ਉਹ ਸਾਰਿਆਂ ਨੂੰ ਡਿਸਟ੍ਰੀਬਿਊਟ ਕੀਤੀ ਜਾ ਸਕਦੀ ਸੀ। ਰਹੀ ਗੱਲ, ਇੱਕ ਵੱਡਾ ਸਵਾਲ ਇੱਥੇ ਚੁੱਕਿਆ ਜਾ ਰਿਹਾ ਹੈ ਕਿ ਜਿਹੜਾ ਹੈਗਾ ਐਗਰੀਮੈਂਟ ਹੈਗਾ ਉਹ 2023 ਤੱਕ ਹੈ। ਮੈਂ ਇਹ ਪੁੱਛਣਾ ਚਾਹੁੰਦਾ ਕਿ 2000 ਦੇ ਵਿੱਚ ਐਗਰੀਮੈਂਟ ਹੋਇਆ ਸੀ ETC ਦੇ ਨਾਲ, ਉਹ 2011 ਤੱਕ ਸੀ, 11 ਸਾਲਾਂ ਵਾਸਤੇ ਸੀ, ਤੇ ਉਹ ਇਨ ਬਿਟਵੀਨ ਕਿੱਦਾਂ ਖਤਮ ਹੋ ਗਿਆ? ਜੇ ਉਹ ਐਗਰੀਮੈਂਟ ਖਾਰਜ ਹੋ ਸਕਦਾ ਸੀ ਤੇ PTC ਨਾਲ ਜਾਂ ਜਿਹੜਾ ਇਹ ਇਹਨਾਂ ਦੀ Z ਨੈਕਸਟ ਮੀਡੀਆ ਹੈ ਉਸ ਦੇ ਨਾਲ ਵੀ ਖਾਰਜ ਹੋ ਸਕਦਾ ਹੈ। 2000 ਮੈਂ ਸਪਸ਼ਟ ਕਰਾਂ, 2000 ਵਾਲਾ ਐਗਰੀਮੈਂਟ ETC ਦੇ ਨਾਲ ਉਹ 2011 ਤੱਕ ਸੀ, ਜਿਹੜਾ ਕਿ ਪਹਿਲਾਂ ਖਾਰਜ ਕੀਤਾ ਗਿਆ ਤੇ PTC ਨੂੰ ਦਿੱਤਾ ਗਿਆ। ਇਹਦਾ ਮਤਲਬ ਜੋ ਭਗਵੰਤ ਮਾਨ ਨੇ ਕਿਹਾ, ਹਰਦੀਪ ਸਿੰਘ, ਜੋ ਭਗਵੰਤ ਮਾਨ ਨੇ ਕਿਹਾ, ਇਹਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਹੈ ਕਿ ਪਹਿਲਾਂ ਖਾਰਜ ਕੀਤਾ ਜਾ ਸਕਦਾ ਹੈ ਕੰਟਰੈਕਟ? ਇਸ ਸੰਦਰਭ ਵਿੱਚ ਇਹਨੂੰ ਦੇਖਿਆ ਜਾਵੇ। ਮਾਨ ਹੋਰਾਂ ਦੀ ਸਟੇਟਮੈਂਟ ਬਾਰੇ ਬਿਲਕੁਲ ਨਹੀਂ ਕੁਝ ਕਹਾਂਗਾ। ਇਹ ਸਰਕਾਰ ਦੀ ਦਖਲਅੰਦਾਜ਼ੀ, ਇਸ ਬਾਰੇ ਮੈਂ ਬਿਲਕੁਲ ਹੱਕ ਵਿੱਚ ਨਹੀਂ ਆ। ਭਾਵੇਂ ਅਕਾਲੀ ਦਲ ਦਬਦਾ ਹੋਵੇ ਇਸ ਗੱਲ ਨੂੰ ਕਹਿੰਦਾ ਹੋਏ, ਮੈਂ ਕਹਿੰਦਾ ਕਿ ਸਿੱਖਾਂ ਦੀ ਚੀਜ਼ ਸਿੱਖਾਂ ਕੋਲ ਰਹਿਣੀ ਚਾਹੀਦੀ ਹੈ, ਕਿਸੇ ਸਰਕਾਰ ਕੋਲ ਨਹੀਂ ਜਾਣੀ ਚਾਹੀਦੀ, ਨਾ ਪੰਜਾਬ ਸਰਕਾਰ ਕੋਲ ਤੇ ਨਾ ਭਾਰਤ ਸਰਕਾਰ ਦੇ। ਠੀਕ। ਤੁਸੀਂ ਖਾਰਜ ਕਰਦੇ ਹੋ ਭਗਵੰਤ ਮਾਨ ਦੀ ਇਸ ਅਪੀਲ ਨੂੰ? ਖਾਰਜ ਕਰਦੇ ਹੋ ਤੁਸੀਂ ਆਪਣਾ ਚੈਨਲ ਦਾ ਪ੍ਰਬੰਧ? ਹਰਦੀਪ ਸਿੰਘ ਜੀ, ਭਗਵੰਤ ਮਾਨ ਦੀ ਇਸ ਅਪੀਲ ਨੂੰ ਖਾਰਜ ਕਰਦੇ ਹੋ ਤੁਸੀਂ? ਬਿਲਕੁਲ ਖਾਰਜ। ਚਲੋ ਠੀਕ ਹੈ। ਜਗਤਾਰ ਸਿੰਘ ਜਿਹੜਾ ਭਗਵੰਤ ਮਾਨ ਦੀ ਇਸ ਅਪੀਲ ਦੇ ਵਿਚਾਲੇ ਸਵਾਲ ਇੱਕ ਹੋਰ ਹੈ ਸਰ, ਜਿਹੜਾ ਹੋ ਸਕਦਾ ਤੁਹਾਨੂੰ ਕਿਸੇ ਨੇ ਪੁੱਛਿਆ ਨਾ ਹੋਵੇ, ਮੈਂ ਪੁੱਛ ਰਿਹਾ ਸਰ। ਜਥੇਦਾਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ SGPC ਨੂੰ, ਇਹਦਾ ਮਤਲਬ ਆਮ ਆਦਮੀ ਪਾਰਟੀ ਉਸ ਹੁਕਮ ਨੂੰ ਮੰਨਦੀ ਨਹੀਂ? ਦੇਖੋ, ਟਵਿਸਟ ਨਾ ਕਰੋ ਗੱਲ ਨੂੰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸਪਸ਼ਟ ਤੌਰ ਤੇ ਪਹਿਲੀ ਗੱਲ ਤਾਂ ਮੈਂ ਗਰੇਵਾਲ ਸਾਹਿਬ ਦੇ ਗੱਲਾਂ ਦਾ ਜਵਾਬ ਦੇਣਾ ਚਾਹੁੰਦਾ। ਗੌਰਵ ਸੰਧੂ ਜੀ ਦੀਆਂ ਗੱਲਾਂ ਦਾ ਬਹੁਤਾ ਜਵਾਬ ਦੇਣ ਦੀ ਲੋੜ ਨਹੀਂ। ਇਹਨਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰੋਬਲਮ ਹੈ ਕਿ ਇੱਕ ਦਿਨ ਦੇ ਵਿੱਚ 2 ਐਲਾਨ ਕਿਉਂ ਕੀਤੇ ਜਾਂਦੇ ਆ। ਅਸੀਂ ਫਿਰ ਸਰ ਜਵਾਬ ਦਿਓ ਨਾ ਸੰਗੜਾ ਸਾਹਿਬ ਇਹ ਜਵਾਬ ਦਿਓ ਨਾ ਸੰਗੜਾ ਸਾਹਿਬ, ਇੱਕ ਮਿੰਟ ਸੁਣ ਤਾਂ ਲਓ ਨਾ ਸੰਗੜਾ ਸਾਹਿਬ, ਤੁਸੀਂ ਇਹ ਜਵਾਬ ਦਿਓ ਨਾ ਸਰ, ਤੁਸੀਂ SGPC ਨੂੰ ਕੋਈ ਅਪੀਲ ਭੇਜਤੀ ਹੈ, ਕੋਈ ਚਿੱਠੀ ਪੱਤਰ ਭੇਜਤੀ ਹੈ ਸਰ? ਅਸੀਂ ਅਜੇ ਅਪੀਲ ਕੀਤੀ ਹੈ, ਅਸੀਂ ਉਹ ਵੀ ਭੇਜਾਂਗੇ। ਮੈਂ ਤਾਂ ਇਹ ਕਹਿ ਰਿਹਾ ਕਿ ਸਾਡੀ ਇੱਕ ਆਫਰ ਹੈ। ਪਹਿਲੀ ਗੱਲ ਤਾਂ ਸਾਨੂੰ ਸਪਸ਼ਟ ਹੋਣਾ ਚਾਹੀਦਾ, ਅਨਆਥੋਰਾਈਜ਼ਡ ਕੰਟਰੋਲ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਦਾ ਗਲਬਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਜੋ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਹੀ ਗੌਰਵ ਸੰਧੂ ਹੁਣਾਂ ਨੂੰ ਪਰਦੇ ਦੇ ਪਿੱਛੇ ਸਾਡੀ ਦਖਲਅੰਦਾਜ਼ੀ ਲੱਗਦੀ ਹੈ। ਸੋ ਸਾਡੀ ਦਖਲਅੰਦਾਜ਼ੀ ਕਰਨ ਦਾ ਕੋਈ ਮਨਸ਼ਾ ਨਹੀਂ। ਅਸੀਂ ਜੋ ਪੰਜਾਬ ਸਰਕਾਰ ਨੇ ਸਟੇਟਮੈਂਟ ਦਿੱਤੀ ਹੈ, ਜੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸਟੇਟਮੈਂਟ ਦਿੱਤੀ ਹੈ ਜਾਂ ਆਫਰ ਕੀਤੀ ਹੈ, ਉਹ ਸ਼ਰਧਾ ਨਾਲ ਕੀਤੀ ਹੈ। ਪੰਜਾਬੀਆਂ ਦੀ ਸ਼ਰਧਾ ਆ,
ਉਹਦੇ ਨਾਲ ਕੀਤੀ ਹੈ। ਗੁਰਬਾਣੀ ਦੇ ਨਾਲ ਜਦੋਂ ਵੀ ਆਪਾਂ ਗੱਲ ਕਰਦੇ ਆ, ਆਪਾਂ ਸਰਬ ਸਾਂਝੀ ਗੁਰਬਾਣੀ ਕਹਿੰਦੇ ਆ। ਔਰ ਈਵਨ ਗਰੇਵਾਲ ਸਾਹਿਬ ਨੇ ਵੀ ਇਸ ਗੱਲ ਨੂੰ ਕਿਹਾ ਆ ਕਿ ਜੋ ਕੁਝ ਅਪੀਲ ਕੀਤੀ ਹੈ, ਜਿਹੜੇ ਸ਼ਬਦ ਯੂਜ਼ ਕੀਤੇ ਆ, ਬਹੁਤ ਵਧੀਆ ਗੱਲ ਹੈ। ਸੋ ਅਸੀਂ ਸਿੱਧੇ ਸਾਦੇ ਬੰਦੇ ਆ, ਸਾਡੇ ਪਿਛਲੇ ਪਾਸੇ ਨਾ ਦੇਖਣ ਦੀ ਕੋਸ਼ਿਸ਼ ਕਰੋ। ਚਲੋ ਸੰਘੇੜਾ ਸਾਹਿਬ, ਆਪਾਂ ਸਿੱਧਾ ਸਵਾਲ ਕਰ ਰਹੇ। ਸੰਘੇੜਾ ਸਾਹਿਬ, ਆਪਾਂ ਸਿੱਧਾ ਸਵਾਲ ਕਰ ਲੈਣੇ, ਛੱਡੋ ਸਰ ਕਾਂਗਰਸ ਨੂੰ। ਸੰਘੇੜਾ ਸਾਹਿਬ, ਦਿਲ ਕਰਦਾ ਕਿ ਐਸਜੀਪੀ ਦੀਆਂ ਚੋਣਾਂ ਲੜੀਆਂ ਜਾਣ, ਆਮ ਆਦਮੀ ਪਾਰਟੀ ਚਾਹੁੰਦੀ ਹੈ? ਨਹੀਂ, ਹਾਲ ਦੀ ਘੜੀ ਦੇ ਬਾਰੇ ਅਸੀਂ ਵਿਚਾਰ ਹੀ ਕੋਈ ਨਹੀਂ ਕੀਤਾ। ਚਲੋ ਇੱਕ ਸਵਾਲ ਹੋਰ ਕਰ ਰਹੇ ਹਾਂ ਸੰਘੇੜਾ ਸਾਹਿਬ, ਇੱਕ ਸਵਾਲ ਹੋਰ ਕਰ ਰਹੇ ਹਾਂ ਸਰ। ਸੰਘੇੜਾ ਸਾਹਿਬ, ਇੱਕ ਸਵਾਲ ਹੋਰ ਕਰ ਰਹੇ ਹਾਂ, ਕਦੇ ਕੋਸ਼ਿਸ਼ ਕੀਤੀ ਸੀ ਦਿੱਲੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ? ਦੇਖੋ, ਅਸੀਂ ਕਦੀ ਨਹੀਂ, ਮੈਨੂੰ ਨਹੀਂ ਪਤਾ ਇਸ ਗੱਲ ਬਾਰੇ, ਬਟ ਮੇਰੇ ਨੌਲੇਜ ਚ ਹੈ ਨਹੀਂਗਾ ਕਿ ਅਸੀਂ ਕਦੇ ਕੋਈ ਆਰਗੇਨਾਈਜ਼ ਤਰੀਕੇ ਨਾਲ ਕੀਤਾ। ਪਰ ਅਸੀਂ ਬਿਲਕੁਲ, ਦੇਖੋ ਗੱਲ ਸੁਣੋ, ਮੈਂ ਇੱਕ ਐਗਜ਼ਾਮਪਲ ਲੈ ਲਓ, ਮੈਨੂੰ ਪਤਾ ਤੁਹਾਡੀ ਵਾਲੀ ਹੈ, ਮੈਨੂੰ ਬਹੁਤ ਘੱਟ ਟਾਈਮ ਮਿਲਿਆ ਭਈ ਸਮੇਤ ਦਿੱਲੀ ਸਰਕਾਰ ਕੁਝ ਹੋਰ ਥਾਵਾਂ ਤੇ ਵੀ ਧਾਰਮਿਕ ਯਾਤਰਾਵਾਂ ਲਈ ਸਰਕਾਰਾਂ ਪ੍ਰਬੰਧ ਕਰਦੀਆਂ ਨਾ। ਉਹਦੇ ਚ ਧਰਮ ਚ ਦਖਲਅੰਦਾਜ਼ੀ ਹੋ ਗਈ। ਸਾਰੇ ਬੁਲਾਰਿਆਂ ਨੂੰ ਸਵਾਏ ਸਰਦਾਰ ਹਰਦੀਪ ਸਿੰਘ ਹੁਣਾਂ ਤੋਂ, ਕਿਉਂਕਿ ਇਹਨਾਂ ਦਾ ਜਿਹੜਾ ਕਹਿਣ ਦਾ ਸਲੀਕਾ ਆ ਜਾਂ ਤਰੀਕਾ ਆ, ਉਹਨੂੰ ਮੈਂ ਉਸ ਭਾਵਨਾ ਨੂੰ ਸਮਝਦਾ ਆ ਕਿ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਹਨਾਂ ਅਸੀਂ ਵੀ ਐਗਰੀ ਕਰਦੇ ਆ, ਪਰ ਸਾਡਾ ਕੋਈ ਵੀ ਮਤਲਬ ਦਖਲਅੰਦਾਜ਼ੀ ਦਾ ਨਹੀਂ ਹੈ। ਇਹ ਛੱਡਦਾ ਆ, ਲੋਕਾਂ ਦੀ ਹੈਲਪ ਹੋਏਗੀ, ਉਹਦੇ ਨਾਲ ਹੋਰ ਉੱਪਰ ਨੂੰ ਜਾਏਗਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਤੇ ਵੀ ਕਰਨਾ ਚਾਹੁੰਦੀ ਆ, ਅਸੀਂ ਕਦੀ ਨਹੀਂ ਕਿਹਾ ਵੀ ਸ਼੍ਰੋਮਣੀ ਕਮੇਟੀ ਸਮਰੱਥ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਹੀ ਕੰਟਰੋਲ ਰਹੇਗਾ। ਪੰਜਾਬ ਸਰਕਾਰ ਦਾ ਧਾਰਮਿਕ ਭਾਵਨਾਵਾਂ ਦੇ ਵਿੱਚ ਜਾਂ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਜਾਂ ਕਿਸੇ ਧਾਰਮਿਕ ਸੰਸਥਾ 'ਚ ਦਖਲਅੰਦਾਜ਼ੀ ਕਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਹੈ। ਸੰਘੇੜਾ ਸਾਹਿਬ, ਮੈਂ ਤੁਹਾਡਾ ਇਲੀਗਲ ਕੰਟਰੋਲ ਜਿਹੜਾ ਆ ਉਹ ਨਹੀਂ ਚੰਗਾ। ਸੰਘੇੜਾ ਸਾਹਿਬ, ਮੈਂ ਤੁਹਾਡੇ ਲਈ ਸਵਾਲ, ਕਰੋੜਾਂ ਦੇ ਫਾਇਦੇ ਲਏ ਆ ਇਹਨਾਂ ਨੇ। ਗਰੇਵਾਲ ਸਾਹਿਬ ਕਹਿੰਦੇ ਅਸੀਂ 1 ਰੁਪਈਆ ਨਹੀਂ ਲਿਆ। ਇੱਕ ਦੇਖੋ ਗੱਲ ਸੁਣੋ, ਇੱਥੇ ਕਿਸੇ ਨੂੰ ਕੋਈ ਤੁਸੀਂ ਕਿਸੇ ਵੀ ਸੰਸਥਾ ਦਾ ਕੋਈ ਤੁਸੀਂ ਕਹਿੰਦੇ ਵੀ ਮੈਨੂੰ ਕੈਬਨਿਟ ਮੰਤਰੀ ਬਣਾ ਦਿਓ ਜੀ ਬਿਨਾਂ ਚੋਣ ਤੋਂ, ਮੈਂ 1 ਰੁਪਈਆ ਨਹੀਂ ਲਊਂਗਾ ਤਨਖਾਹ। ਚਲੋ, ਮੈਂ ਹੁਣ ਇੱਥੇ ਜ਼ਿਆਦਾ ਅੱਗੇ ਨਹੀਂ ਜਾਣਾ ਚਾਹੁੰਦਾ। ਜੋ ਫਾਇਦੇ ਕਿਸੇ ਨੇ ਲਏ ਆ ਉਹ ਅਲੱਗ ਚੀਜ਼ ਹੈ। ਮੈਂ ਨਹੀਂ ਇੱਥੇ, ਕਿਉਂਕਿ ਆਪਣਾ ਦਾਇਰਾ ਨਹੀਂ ਅੱਜ ਦੀ ਡਿਬੇਟ ਦਾ, ਪਰ ਸਾਡਾ ਸਿਰਫ ਤੇ ਸਿਰਫ ਇਰਾਦਾ ਇਹ ਆ ਕਿ ਪੰਜਾਬ ਸਰਕਾਰ ਸ਼ਰਧਾ ਦੇ ਨਾਲ ਇਹ ਜਿਹੜੀ ਕਿ ਭਗਵੰਤ ਮਾਨ ਸਾਹਿਬ ਨੇ ਆਫਰ ਦਿੱਤੀ ਹੈ, ਇਹਨੂੰ ਉਸੇ ਭਾਵਨਾ ਨਾਲ ਦੇਖਣਾ ਚਾਹੀਦਾ। ਠੀਕ। ਹਾਂ ਗੌਰਵ ਸੰਧੂ ਬੋਲੋ ਪਲੀਜ਼, ਮੈਂ ਆ ਰਿਹਾ ਮਿਸਟਰ ਗਰੇਵਾਲ। ਦੇਖੋ, ਸੰਘੇੜਾ ਸਾਹਿਬ ਕਹਿ ਰਹੇ ਨੇ ਜੋ ਵੀ ਸਾਡੀ ਕਾਂਗਰਸ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ, ਜਾਂ ਇਹ ਸਾਨੂੰ ਕਹਿ ਰਹੇ ਨੇ ਦੋ ਐਲਾਨ ਕਰਦੇ ਨੇ। ਸੰਘੇੜਾ ਸਾਹਿਬ, ਜਿਹੜੀਆਂ ਗੱਲਾਂ ਹੋ ਰਹੀਆਂ ਨੇ ਅਸੀਂ ਉਹੀ ਕਰ ਰਹੇ ਹਾਂ। ਪਹਿਲੀ ਗੱਲ ਤਾਂ ਮੈਂ ਆਉਂਦਿਆਂ ਪਹਿਲਾਂ ਹੀ ਆਪਣਾ ਦੱਸਤਾ ਸੀ ਵੀ ਸਾਡੀ ਪਾਰਟੀ ਕਾਂਗਰਸ ਪਾਰਟੀ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਫੇਅਰ ਨਹੀਂ ਕਰਦੀ। ਨਹੀਂ, ਉਹਨਾਂ ਨੇ ਇੱਕ ਸਵਾਲ ਹੋਰ ਹੀ ਚੁੱਕਿਆ ਨਾ ਗੌਰਵ ਸੰਧੂ, ਤੁਸੀਂ ਇਹ ਸਵਾਲ ਤਾਂ ਨੋਟ ਕਰ ਲਿਆ, ਦੋ ਐਲਾਨ ਵਾਲਾ। ਉਹਨਾਂ ਨੇ ਇੱਕ ਸਵਾਲ ਹੋਰ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਸੀ, ਉਸ ਸਵਾਲ ਤੇ ਤੁਸੀਂ ਆਉਂਦੇ ਨਹੀਂ ਪਏ। ਨਹੀਂ, ਬਿਲਕੁਲ ਨਹੀਂ, ਕੋਈ ਕੋਸ਼ਿਸ਼ ਨਹੀਂ ਕੀਤੀ ਜੀ। ਕਿਹੜੀ ਕਾਂਗਰਸ ਦੇ ਕੈਂਡੀਡੇਟਸ ਦੇ ਉਹਦੇ ਤੇ ਅਸੀਂ ਇਲੈਕਸ਼ਨ ਲੜੀ ਹੈ ਆਪਣਾ ਸ਼੍ਰੋਮਣੀ ਕਮੇਟੀ ਦੀ 10 ਦਿਨ। ਸੰਘੇੜਾ ਸਾਹਿਬ ਕਿਤੇ ਲੈ ਕੇ ਗਏ ਸੀਗੇ, ਲੁਕੋਇਆ ਸੀ ਕਿਸੇ ਨੂੰ? ਨਹੀਂ, ਬਿਲਕੁਲ ਨਹੀਂ, ਅਸੀਂ ਕਿਤੇ ਨਹੀਂ ਲੈ ਕੇ ਗਏ, ਅਸੀਂ ਕੋਈ ਅਗਵਾ ਨਹੀਂ ਕੀਤੇ। ਇੱਕ ਮਿੰਟ ਸੰਘੇੜਾ ਸਾਹਿਬ ਰੁਕ ਜਾਓ ਪਲੀਜ਼। ਸੰਘੇੜਾ ਸਾਹਿਬ ਰੁਕ ਜਾਓ। ਬਾਦਲ ਐਂਡ ਟੋੜਾ ਦਾ ਆਪਣਾ ਮੈਟਰ ਸੀਗਾ, ਉਹਦੇ ਚ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀਂ। ਚਲੋ ਠੀਕ, ਬਾਦਲ ਇੱਕ ਮਿੰਟ ਸੰਘੇੜਾ ਸਾਹਿਬ, ਇੱਕ ਮਿੰਟ ਪਲੀਜ਼। ਹਾਂ ਗੌਰਵ ਸੰਧੂ, ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ। ਮੈਂ ਅੱਜ ਤੁਹਾਨੂੰ ਵਕਤ ਘੱਟ ਦੇ ਪਾ ਰਿਹਾ ਗੌਰਵ ਸੰਧੂ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਵੀ ਰਿਹਾ ਇਹ, ਕਿਉਂਕਿ ਤੁਸੀਂ ਆਪਦੇ ਸਟੈਂਡ ਤੇ ਕਲੀਅਰ ਨਹੀਂ ਹੈਗੀ ਕਾਂਗਰਸ। ਜੋ ਕਲੀਅਰ ਹੋ ਜੂਗੀ ਸਰ, ਵਕਤ ਵੀ ਪੂਰਾ ਦਊਂਗਾ ਮੈਂ। ਗਰੇਵਾਲ ਸਾਹਿਬ, ਗੌਰਵ ਸੰਧੂ ਨੇ ਤੁਹਾਡੇ ਪਿੱਛੇ ਸਟੈਂਡ ਲਿਆ ਇੱਕ ਨਿੱਜੀ ਤੌਰ ਤੇ, ਕਾਂਗਰਸ ਪਾਰਟੀ ਦਾ ਸਟੈਂਡ ਨਹੀਂ। ਉਹ ਕਹਿੰਦੇ ਆਮ ਆਦਮੀ ਪਾਰਟੀ ਦਖਲਅੰਦਾਜ਼ੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਉਣਾ ਚਾਹੁੰਦੀ ਹੈ। ਗਰੇਵਾਲ ਸਾਹਿਬ, ਮੈਂ ਇਹਨਾਂ ਨੂੰ ਸਵਾਲ ਕੀਤਾ ਸੀਗਾ ਦਿੱਲੀ ਕਮੇਟੀ ਵਾਲਾ। ਗਰੇਵਾਲ ਸਾਹਿਬ, ਤੁਸੀਂ ਮੁਸਕਰਾ ਰਹੇ ਹੋ, ਜਵਾਬ ਨਹੀਂ ਦੇ ਰਹੇ। ਦੇਖੋ ਜੀ, ਮੁਸਕਰਾ ਨਹੀਂ ਰਿਹਾ ਮੈਂ। ਸੰਧੂ ਸਾਹਿਬ ਉਹੀ ਗੱਲ ਕਰ ਰਹੇ ਆ ਜਿਹੜੀ ਗੱਲ ਕੱਲ ਤੇ ਲਿਖੀ ਹੋਈ ਆ, ਤੁਸੀਂ ਦੀਦੀ ਆ। ਹੁਣ ਮੈਂ ਨਾ ਦੇਖਣ ਵਿੱਚ ਜੋ ਆ ਰਿਹਾ, ਕਿਉਂਕਿ ਇਨਕਲਾਬ ਆਇਆ ਹੋਇਆ ਪੰਜਾਬ ਦੇ ਅੰਦਰ, ਇਨਕਲਾਬ ਆਇਆ, ਉੱਥੇ ਕਬਜ਼ੇ ਹੋ ਰਹੇ ਆ, ਜਿਹੜੇ ਐਮਐਲਏ ਆ ਉਹ ਟਰੱਕ ਯੂਨੀਅਨ ਦੇ ਕਬਜ਼ੇ ਕਰ ਰਹੇ ਆ। ਭਾਵੇਂ ਸੰਘੇੜਾ ਸਾਹਿਬ ਨੂੰ ਪਸੰਦ ਨਹੀਂ ਹੋਇਆ, ਜੰਗਲ ਰਾਜ ਆਇਆ ਜੀ, ਇਨਕਲਾਬ ਰਾਜ। ਇੱਕ ਮਿੰਟ ਪਲੀਜ਼। ਗਰੇਵਾਲ ਸਾਹਿਬ ਮੈਨੂੰ ਗਰੇਵਾਲ ਸਾਹਿਬ ਤੋਂ ਸਾਰੀਆਂ ਗੱਲਾਂ ਕਹਿ ਲਓ ਸਰ, ਕਹਿ ਲਓ, ਮੈਂ ਰੋਕਦਾ ਨਹੀਂ ਪਿਆ। ਗਰੇਵਾਲ ਸਾਹਿਬ, ਮੇਰਾ ਇੱਕ ਸਵਾਲ ਤਾਂ ਲੈ ਲਓ ਨਾ। ਗਰੇਵਾਲ ਸਾਹਿਬ ਉਹੀ ਸਵਾਲ ਨੂੰ ਅੱਗੇ ਵਧਾ ਰਹੇ ਆ, ਉਸੇ ਸਵਾਲ ਨੂੰ ਅੱਗੇ ਵਧਾ ਰਹੇ ਗਰੇਵਾਲ ਸਾਹਿਬ। ਮੈਂ ਸਵਾਲ ਥੋੜਾ ਜੋੜ ਲੈਣ ਦੋ। ਗਰੇਵਾਲ ਸਾਹਿਬ, ਤੁਹਾਨੂੰ ਕਿਉਂ ਇਹ ਲੱਗਦਾ ਕਿ ਕੋਈ ਹੋਰ ਧਿਰ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਦੀ? ਕਿਉਂ ਲੱਗਦਾ? ਲਓ ਜੀ, ਕੌਣ ਕਹਿੰਦਾ ਨਹੀਂ ਲੜ ਸਕਦੀ? ਅਸੀਂ ਕਦੋਂ ਕਹਿੰਦੇ ਆ ਨਹੀਂ ਲੜ ਸਕਦੀ? ਦੇਖੋ, ਇੱਕ ਗੁਨਾਹ ਹੋ ਗਿਆ ਸਿਰਫ ਕਿ ਇਹ ਵੈਸੇ ਤਾਂ ਤੁਸੀਂ ਨਿਆਂ ਕਰੋ ਕਿ ਜੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਤੇ ਮੈਂ ਅਕਾਲੀ ਦਲ ਦੀ ਸੋਚ ਨਾਲ ਚੱਲਦਾ, ਮੈਂ ਕੋਈ ਗੁਨਾਹ ਨਹੀਂ ਹੈਗਾ। ਚਲੋ ਖੈਰ, ਇਸ ਗੱਲ ਨੂੰ ਆਪਾਂ ਬਾਹਲੀ ਬਹਿਸ ਨਹੀਂ ਕਰਨੀ। ਮੈਨੂੰ ਜੋ ਵਰਤਾਰਾ ਦਿਸ ਰਿਹਾ
ਜਿਹੜੇ ਇਨਕਲਾਬ ਦੀ ਮੈਂ ਗੱਲਾਂ ਕੀਤੀਆਂ, ਹਲਕਿਆਂ ਦੇ ਵਿੱਚ ਜਿਹੜੇ 92 ਜਿਹੜੇ MLA ਜਿੱਤੇ ਆ, ਉਹ ਆਪਣੇ ਆਪਣੇ ਬੰਦਿਆਂ ਨੂੰ ਚੁਣ ਰਹੇ ਆ ਕਿ ਤੈਨੂੰ ਸ਼੍ਰੋਮਣੀ ਕਮੇਟੀ ਲੜਾਉਣੀ ਆ। ਕੋਈ ਗੱਲ ਨਹੀਂ, ਸ਼੍ਰੋਮਣੀ ਕਮੇਟੀ ਦਾ ਲੋਕਤੰਤਰੀ ਸੰਸਥਾ, ਤੁਸੀਂ ਵੋਟਾਂ ਪੈਣੀਆਂ ਵਾ, ਸਰਕਾਰ ਨੇ ਵੋਟਾਂ ਪਾਉਣੀਆਂ, ਕੋਈ ਕਿਸੇ ਤਰ੍ਹਾਂ ਦੀ ਕਾਬਜ ਹੋਣ ਵਾਲੀ ਗੱਲ ਨਹੀਂ। ਪਰ ਸੰਘੇੜਾ ਸਾਹਿਬ ਨੇ ਅੱਜ ਮੋਹਰ ਲਾਤੀ ਉੱਤੇ ਹੈ ਜੀ, ਬੜੇ ਸ਼ਰੀਫ ਨੇ ਤੇ ਬੜੇ ਸਿਆਣੇ, ਇਹਨਾਂ ਦੀ ਭਾਵਨਾ ਨੂੰ ਮੈਂ ਪਵਿੱਤਰ ਸਮਝਦਾ। ਪਰ ਕੀ ਆ ਵੀ ਇਹਨਾਂ ਦੀ ਮਜਬੂਰੀ ਆ, ਕਿਉਂਕਿ ਇਹ ਕੇਜਰੀਵਾਲ ਸਾਹਿਬ ਦੀਆਂ ਜਾਂ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਉਹ ਗੱਲਾਂ ਨੇ, ਉਸ ਗੱਲ ਤੇ ਮਤਲਬ ਇਹਨਾਂ ਨੂੰ ਤਾਇਦ ਕਰਨੀ ਪੈਂਦੀ ਆ ਕਿ ਇਹਨਾਂ ਨੇ ਸੰਘੇੜਾ ਸਾਹਿਬ ਨੇ ਗੱਲ ਕਹਿਤੀ ਆ ਕਿ ਹਾਲੇ ਅਸੀਂ ਕੋਈ ਫੈਸਲਾ ਨਹੀਂ ਲਿਆ, ਤੇ ਫੈਸਲਾ ਲੈਣਗੇ, ਇਹ 'ਚ ਕੋਈ ਸ਼ੱਕ ਨਹੀਂ। ਪਰ ਕੋਈ ਹਰਜ ਵਾਲੀ ਗੱਲ ਨਾ ਕਰੋ ਗਰੇਵਾਲ ਸਾਹਿਬ, ਬਿਲਕੁਲ ਸਾਡੇ ਨਹੀਂ ਚਰਚਾ ਹੋਈ, ਚਲ ਸਾਡੇ ਇਸ ਗੱਲ ਤੇ ਨਹੀਂ ਚਰਚਾ ਹੋਈ। ਮੈਂ ਕਹਿੰਦੀ ਕਿ ਮੋਹਰ ਕਾਹਦੇ ਤੇ ਆਤੀ? ਨਹੀਂ ਸੰਘੇੜਾ ਸਾਹਿਬ ਇਹ ਸਵਾਲ ਚੁੱਕਦੇ ਪਏ, ਸੰਘੇੜਾ ਸਾਹਿਬ ਇਹ ਸਵਾਲ ਚੁੱਕਦੇ ਪਿੰਡਾਂ 'ਚ, ਸੰਘੇੜਾ ਸਾਹਿਬ ਇਹ ਕਹਿ ਰਹੇ ਆ ਕਿ ਪਿੰਡਾਂ 'ਚ ਤਿਆਰੀ ਕੀਤੀ ਜਾ ਰਹੀ ਹੈ। ਸੰਘੇੜਾ ਸਾਹਿਬ ਇਹ ਕਹਿ ਰਹੇ ਪਿੰਡਾਂ 'ਚ ਤਿਆਰੀ ਕੀਤੀ ਜਾ ਰਹੀ ਹੈ। ਇਹ ਤਿਆਰੀ ਕਰਨਾ ਸਾਰੇ ਹੀ ਤਿਆਰੀ ਕਰਦੇ ਆ। ਅੱਛਾ ਹਾਂਜੀ, ਪਿੰਡਾਂ ਦਾ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੋਣਾ। ਸਾਡੀ ਪਾਰਟੀ ਦਾ ਕੋਈ ਇਹਦੇ ਗੱਲ ਚੱਲੀ ਨਹੀਂ ਹੈ, ਚਲੋ ਗਰੇਵਾਲ ਸਾਹਿਬ ਨੂੰ ਜ਼ਿਆਦਾ। ਚਲੋ ਮੈਂ ਕੋਰ ਥੋੜਾ ਬ੍ਰੇਕ ਲੈ ਲਵਾਂ ਸਰ, ਆਖਰੀ ਹਿੱਸੇ ਵਿੱਚ ਆ ਜਾਊਗਾ, ਆਖਰੀ ਹਿੱਸੇ ਵਿੱਚ ਆ ਜਾਊਗਾ। ਇੱਕ ਸਵਾਲ ਤੁਹਾਡੇ ਸਾਰੇ ਤੋਂ ਲੈਣਾ ਸਰ, ਇੱਕ ਸਵਾਲ ਤੁਹਾਡੇ ਤੋਂ ਸਾਰੇ ਤੋਂ ਲੈਣਾ ਸਰ, ਮੈਂ ਆਖਰੀ ਹਿੱਸੇ ਵਿੱਚ ਆ ਜਾਊਗਾ, ਬ੍ਰੇਕ ਲੈ ਰਹੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਰੇਡੀਓ ਚੈਨਲ ਤੇ ਐਪ ਦੀ ਅਸਲ ਦੌੜ ਕਿਹੜੀ ਹੈਗੀ ਹੈ, ਉਸ ਦੌੜ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਪਰ SGPC ਜੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਮੰਨ ਕੇ ਕਮੇਟੀ ਬਣਾਉਣ ਨੂੰ ਤਿਆਰ ਹੋ ਗਈ ਹੈ, ਇਸ ਤੋਂ ਪਹਿਲਾਂ SGPC ਕੀ ਕਰ ਰਹੀ ਸੀ? ਸਵਾਲ SGPC ਨੂੰ ਵੀ ਹੋਣਾ ਚਾਹੀਦਾ ਸੀਗਾ। ਜੇ ਅੱਜ SGPC ਕਹਿ ਰਹੀ ਕਮੇਟੀ ਬਣਾ ਕੇ ਅਸੀਂ ਦੇਖ ਰਹੇ ਹਾਂ ਸੰਭਾਵਨਾਵਾਂ ਕੀ ਹੈਗੀਆਂ, ਪਹਿਲਾਂ ਸੰਭਾਵਨਾਵਾਂ ਨਹੀਂ ਤਲਾਸ਼ੀਆਂ ਜਾ ਸਕਦੀਆਂ ਸੀਗੀਆਂ। ਇੰਨੀ ਹਾਈਟੈਕ ਟੈਕਨੋਲੋਜੀ ਦਾ ਦਾਅਵਾ SGPC ਕਰਦੀ ਆ, ਹਰ ਇਕਵਿਪਮੈਂਟ ਜਿਹੜਾ SGPC ਲੈ ਕੇ ਆਉਂਦੀ ਹੈ ਗੁਰੂ ਘਰ ਦੇ ਵਾਸਤੇ, ਕੀ SGPC ਇਹ ਸੋਚ ਨਹੀਂ ਸਕਦੀ ਸੀ? ਇਹ ਸਵਾਲ SGPC ਤੋਂ ਵੀ ਹੋਣਾ ਚਾਹੀਦਾ। ਪਰ ਅੱਜ ਇਹ ਸਵਾਲ ਵੱਡਾ ਕਿਉਂ ਕੀਤਾ ਜਾ ਰਿਹਾ? ਆਮ ਆਦਮੀ ਪਾਰਟੀ ਸਰਕਾਰ ਇਸ ਸਵਾਲ ਨੂੰ ਵੱਡਾ ਕਿਉਂ ਕਰ ਰਹੀ ਹੈ? ਸਵਾਲ ਇਹੀ ਹੈ। ਵਾਪਸ ਆ ਰਿਹਾ ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਕਿਉਂ? ਵੱਡਾ ਸਵਾਲ ਅਸੀਂ ਪੁੱਛਿਆ। ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ 'ਚ ਪੋਲਿਟਿਕਸ ਦੀ ਐਂਟਰੀ ਦਾ ਜ਼ਿੰਮੇਵਾਰ ਕੌਣ? ਹਰਦੀਪ ਸਿੰਘ ਜੀ, ਇੱਕ ਛੋਟਾ ਜਿਹਾ ਸਵਾਲ ਹੈ ਸਰ, ਇਹਦਾ ਜਵਾਬ ਮੈਨੂੰ ਹਜੇ ਤੱਕ ਨਹੀਂ ਮਿਲਿਆ ਸਰ। ਜੇ ਪੋਲਿਟਿਕਸ ਹੋ ਰਹੀ ਹੈ ਸਰ, ਇਹਦੀ ਐਂਟਰੀ ਦਾ ਜ਼ਿੰਮੇਵਾਰ ਕੌਣ ਹੈ ਹਰਦੀਪ ਸਿੰਘ ਜੀ? ਮੈਂ ਅੱਜ ਨਹੀਂ, ਅੱਜ ਤੋਂ 20 ਸਾਲਾਂ ਤੋਂ ਇਹੋ ਗੱਲ ਕਹਿੰਦਾ ਆ ਰਿਹਾ ਕਿ ਜਿਸ ਰਾਹ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ ਹੈ, ਯੂਜ਼ ਕਰਦਾ ਪਿਆ ਧਾਰਮਿਕ ਸੰਸਥਾ ਨੂੰ, ਇੱਕ ਪੈੜ ਪਾਉਣ ਵਾਲੀ ਗੱਲ ਹੈ, ਇਹ ਰਸਤਾ ਖੋਲਣ ਵਾਲੀ ਗੱਲ ਹੈ। ਜੇ ਇੱਕ ਧਿਰ ਕਰ ਸਕਦੀ ਹੈ ਰਾਜਨੀਤੀ ਤੇ ਉਸਦੇ ਦਖਲਅੰਦਾਜ਼ੀ ਦੀ ਗੱਲ ਮੈਂ ਕਹਾਂ, ਜਾਂ ਰਾਜਨੀਤੀ ਕਰ ਸਕਦੀ ਹੈ ਜਾਂ ਚੋਣ ਲੜ ਸਕਦੀ ਹੈ, ਤਾਂ ਸਾਰੀਆਂ ਲੜਨਗੀਆਂ। ਜਦ ਕਿ ਇਹ ਗੁਰਦੁਆਰਾ ਐਕਟ ਦੀ ਭਾਵਨਾ ਦੇ ਖਿਲਾਫ ਆ। ਗੁਰਦੁਆਰਾ ਐਕਟ ਦੀ ਭਾਵਨਾ ਹੈਗੀ ਹੈ ਕਿ ਕੋਈ ਵੀ ਰਾਜਨੀਤਿਕ ਧਿਰ ਨਹੀਂ ਲੜ ਸਕਦੀ। ਇਸੇ ਕਰਕੇ ਅਕਾਲੀ ਦਲ ਨੂੰ ਤਕੜੀ ਚੋਣ ਨਿਸ਼ਾਨ ਤੇ ਨਹੀਂ ਲੜਨਾ ਪੈਂਦਾ, ਉਹ ਟਰੈਕਟਰ ਜੋ ਦੂਜੀ ਆਪਣਾ ਟਰੈਕਟਰ ਸਿੰਬਲ ਤੇ ਲੜਦੇ ਨੇ। ਸੋ ਮੇਰੇ ਕਹਿਣ ਦਾ ਭਾਵ ਆ ਕਿ ਇਹ ਰਾਹ ਜਿਹੜਾ ਖੋਲਿਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਖੋਲਿਆ, ਹੁਣ ਸਾਰੇ ਵਰਤ ਰਹੇ ਨੇ। ਉਹ ਪਹਿਲਾ ਅਕਾਲੀ ਦਲ ਦਾ ਵੀ ਗਲਤ ਸੀ ਇਸ ਰਸਤੇ ਤੇ ਤੁਰਨਾ, ਔਰ ਕਿਸੇ ਵੀ ਰਾਜਨੀਤਿਕ ਧਿਰ ਦਾ, ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਕਿਸੇ ਨੂੰ ਵੀ ਇਸ ਰਸਤੇ ਤੇ ਨਹੀਂ ਤੁਰਨਾ। ਠੀਕ। ਗੌਰਵ ਸੰਧੂ, ਇਹ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਇਸ ਧਾਰਮਿਕ ਅਦਾਰਿਆਂ ਦੇ ਵਿੱਚ ਐਂਟਰੀ ਦਾ? ਕਿਉਂਕਿ ਅਕਾਲੀ ਦਲ ਤੁਹਾਡੇ ਤੇ ਵਾਰ-ਵਾਰ ਸਵਾਲ ਖੜੇ ਕਰਦਾ। ਮੈਂ ਉਸ ਡਿਬੇਟ ਵਿੱਚ ਅੱਜ ਨਹੀਂ ਜਾਣਾ ਚਾਹੁੰਦਾਗਾ। ਜਿਸ ਤਰੀਕੇ ਨਾਲ ਤੁਹਾਡੀ ਧਿਰ ਤੇ ਇਲਜ਼ਾਮ ਲੱਗਦੇ ਆ ਕਿ ਤੁਸੀਂ ਸਾਰਾ ਇਹ ਧਾਰਮਿਕ ਦਖਲਅੰਦਾਜ਼ੀ ਕੀਤੀ ਹੈ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ, ਮੈਂ ਉਸ ਡਿਬੇਟ ਵਿੱਚ ਨਹੀਂ ਜਾਣਾ ਚਾਹੁੰਦਾ। ਮਿਸਟਰ ਗੌਰਵ ਸੰਧੂ, ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਮੈਨੂੰ ਲੱਗਦਾ। ਚਲੋ ਮੈਂ ਵਾਪਸ ਆ ਜਾਊਂਗਾ। ਗਰੇਵਾਲ ਸਾਹਿਬ, ਹਰਦੀਪ ਸਿੰਘ ਹਰੀ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਰਾਹ ਅਪਣਾਇਆ, ਉਸੇ ਰਾਹ ਦੇ ਉੱਤੇ ਪੈੜਾਂ ਬਾਕੀ ਵੀ ਧਰ ਰਿਹਾ, ਤੇ ਹੁਣ ਤਕਲੀਫ ਕਿਉਂ ਹੋ ਰਹੀ ਹੈ? ਨਹੀਂ, ਦੇਖੋ ਜੀ, ਗੱਲ ਆ, ਹਰਦੀਪ ਸਿੰਘ ਜੀ ਬਹੁਤ ਸਿਆਣੇ ਨੇ। ਇਹ ਸਿੱਖ ਸਿਧਾਂਤ ਨੂੰ ਮੇਰੇ ਤੋਂ ਵੱਧ ਜਾਣਦੇ ਆ, ਮੇਰੇ ਤੋਂ ਵੱਧ ਪੜ੍ਹਿਆ ਇਹਨਾਂ ਨੇ, ਮੇਰੇ ਤੋਂ ਵੱਧ ਵਿਚਾਰਿਆ ਇਹਨਾਂ ਨੇ, ਮੇਰੇ ਤੋਂ ਵੱਧ ਪ੍ਰਚਾਰਿਆ। ਦੇਖੋ, ਸਿੱਖਾਂ ਦਾ ਸਿਧਾਂਤ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬਣਿਆ, ਇਹਨੂੰ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਿੱਖ ਅਕਾਲੀ ਦਲ ਕਦੇ ਨਹੀਂ ਇਹ ਕਹਿੰਦਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਹਾਂ। ਬਾਕੀ ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਧਰਮ ਨਿਰਪੱਖ ਦੀ ਗੱਲ ਕਰਦੀਆਂ। ਸੰਧੂ ਸਾਹਿਬ ਇਹ ਗੱਲ ਕਰਕੇ ਗਏ ਆ, ਹੋਰ ਵੀ ਸਾਰੇ ਕਰਕੇ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਅਕਾਲੀ ਦਲ ਹੈ, ਅਕਾਲੀ ਦਲ ਧਰਮ ਦੀ ਗੱਲ ਕਰਦਾ, ਧਰਮ ਤੋਂ ਆਪਣੇ ਆਪ ਨੂੰ ਪਾਸੇ ਨਹੀਂ ਰੱਖਦਾ। ਸੋ ਇਸ ਕਰਕੇ ਇਸ ਗੱਲ ਨੂੰ ਕੋਈ ਇਲੈਕਸ਼ਨ ਕੋਈ ਵੀ ਲੜ ਸਕਦਾ। ਪਹਿਲਾਂ ਵੀ ਲੜਦੇ ਰਹੇ ਆ, ਪਹਿਲਾਂ ਵੀ ਕਿਹੜੀਆਂ ਪਾਰਟੀਆਂ ਲੜਦੀਆਂ, ਇੱਕ ਫਰੰਟ ਬਣਾ ਕੇ ਲੜਦੀਆਂ ਸੀ।
ਸੋ ਲੜਦੀਆਂ ਵਾ, ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ, ਹਰ ਬੰਦਾ ਲੜ ਸਕਦਾ। ਚਲੋ ਸਰ, ਐਸਜੀਪੀਸੀ ਪਹਿਲਾਂ ਕਿਉਂ ਸੁੱਤੀ ਰਹੀ? ਅੱਜ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿਣਾ ਪੈ ਰਿਹਾ, ਪਹਿਲਾਂ ਕਿਸੇ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ? ਨਹੀਂ, ਦੇਖੋ ਹਰਦੀਪ ਜੀ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਜਿਹੜਾ ਪਹਿਲਾ ਕੰਟਰੈਕਟ ਸੀ ਉਹ ਪਹਿਲਾਂ ਖਤਮ ਹੋ ਗਿਆ। ਮੈਨੂੰ ਪਤਾ ਨਹੀਂ, ਮੈਨੂੰ ਉਸ ਬਾਰੇ ਹਰਦੀਪ ਜੀ ਜ਼ਿਆਦਾ ਜਾਣਦੇ ਹੋਣਗੇ, ਪਰ ਮੈਂ ਇਹ ਗੱਲ ਕਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਸਿਆਸੀ ਤੌਰ ਤੇ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਇਸ ਗੱਲ ਤੇ ਇਤਰਾਜ਼ ਹੋ ਸਕਦਾ ਕਿ ਆਹ ਚੈਨਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਪਰ ਸੰਗਤ ਕੋਲ ਜਿਸ ਮਨਸ਼ਾ ਨਾਲ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ, ਸੰਗਤ ਕੋਲ ਉਹ ਜਿਹੜਾ ਚੈਨਲ ਦੇ ਰਾਹੀਂ ਜਾਂ ਕਿਸੇ ਬਾਕੀ ਮਾਧਿਅਮ ਰਾਹੀਂ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ, ਉਸ ਗੱਲ 'ਚ ਸੰਗਤ ਨੇ ਕਿਸੇ ਨੇ ਨਹੀਂ ਇਤਰਾਜ਼ ਕੀਤਾ। ਸੋ ਇਸ ਕਰਕੇ ਅਸੀਂ ਇਹ ਤਾਂ ਕਹਿੰਦੇ ਆ ਜਿਹੜਾ ਸਿਸਟਮ ਚੱਲ ਰਿਹਾ ਉਹ 23 ਤੱਕ ਆ, ਮਹੀਨੇ ਤਾਂ 8-9 ਰਹਿ ਗਏ ਸਾਰੇ। ਸੋ ਅਸੀਂ ਉਸ ਨੂੰ ਤੋੜਨਾ ਨਹੀਂ ਚਾਹੁੰਦੇ। ਉਸੇ ਦੌਰਾਨ ਅਸੀਂ ਆਪਣੀ ਤਿਆਰੀ ਕਰਾਂਗੇ। ਅਸੀਂ ਹਰਦੀਪ ਜੀ ਹੋਣਾ ਦਾ ਵੀ ਸਹਿਯੋਗ ਲਵਾਂਗੇ, ਬਾਕੀ ਸੰਗਤ ਦਾ ਵੀ ਸਹਿਯੋਗ ਲਵਾਂਗੇ। ਸੋ ਸ਼੍ਰੋਮਣੀ ਕਮੇਟੀ ਸੁੱਤੀ ਨਹੀਂ ਸੀ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਉਹ ਟੈਕਨੋਲੋਜੀ ਉਹ ਸਾਡੀ ਜਾਣਕਾਰੀ ਤੋਂ ਬਾਹਰ ਹੋਣਗੀਆਂ, ਪਰ ਜਦੋਂ ਅਕਾਲ ਤਖਤ ਸਾਹਿਬ ਜੀ ਨੇ ਸਾਨੂੰ ਹੁਕਮ ਲਾਤਾ ਤੇ ਫਿਰ ਅਸੀਂ ਇਹ ਕਰਾਂਗੇ। ਮੈਂ ਇਹ ਗੱਲ ਇੱਕ ਨਿਬੇੜਨੀ ਚਾਹੁੰਦਾ ਕਿ ਜਿਹੜੀ ਗੱਲ ਭਗਵੰਤ ਮਾਨ ਜੀ ਨੇ ਆਪਣੇ ਮਨ ਦੇ ਅੰਦਰ ਭਾਵਨਾ ਪੈਦਾ ਕੀਤੀ ਹੈ ਨਾ, ਸੰਘੇੜਾ ਸਾਹਿਬ ਨੂੰ ਬੇਨਤੀ ਕਰਾਂਗੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ ਕਿ ਗੁਰਬਾਣੀ ਦਾ ਪ੍ਰਚਾਰ ਕਰੇ, ਪ੍ਰਸਾਰ ਕਰੇ, ਚੈਨਲ ਚਲਾਵੇ, ਦੇਸ਼ ਵਿਦੇਸ਼ ਤੱਕ ਪਹੁੰਚਾਵੇ। ਅਸੀਂ ਕਦੋਂ ਰੋਕਦੇ ਆ? ਇਹਦਾ ਮਤਲਬ ਇਹ ਤਾਂ ਨਹੀਂ ਵੀ ਕੱਲੀ ਗੁਰਬਾਣੀ ਜਿਹੜੀ ਦਰਬਾਰ ਸਾਹਿਬ ਤੋਂ ਇਲਾਵਾ ਕਿਤੇ ਗੁਰਬਾਣੀ ਨਹੀਂ ਹੈਗੀ। ਅਸੀਂ ਇਹ ਕਹਿੰਦੇ ਕਰਕੇ ਵਿਖਾਉਣ, ਕੰਮ ਕਰਨ। ਜਿਹੜੀ ਗੱਲ ਇਹਨਾਂ ਨੇ ਐਲਾਨ ਕੀਤੇ ਉਹ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਅੱਗੇ ਆਉਣ। ਅਸੀਂ ਇਹਦਾ ਸਤਿਕਾਰ ਕਰਾਂਗੇ। ਤੁਹਾਨੂੰ ਉਹਨਾਂ ਦੇ ਵਿੱਚ ਮੁਖੀ ਗਰੇਵਾਲ ਸਾਹਿਬ ਤੁਹਾਨੂੰ ਖਰਚਾ ਚਾਹੀਦਾ ਸਰਕਾਰ ਤੋਂ? ਨਹੀਂ, ਸਰਕਾਰ ਚੋਂ ਖਰਚਾ ਨਹੀਂ ਚਾਹੀਦਾ ਜੀ। ਸ਼੍ਰੋਮਣੀ ਕਮੇਟੀ ਕਰ ਲੇਗੀ, ਸਿੱਖ ਇਸ ਗੱਲ ਹੀ ਸਮਰੱਥ ਨੇ। ਠੀਕ ਹੈ। ਤਕਨੀਕ ਚਾਹੀਦੀ ਹੈ ਸਰਕਾਰ ਤੋਂ? ਨਹੀਂ ਜੀ, ਤਕਨੀਕ ਹੈਗੀ ਆ, ਚਲੋ ਕੋਈ ਫਿਕਰ ਕਰਨ ਵਾਲੀ ਗੱਲ। ਸੰਘੇੜਾ ਸਾਹਿਬ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਨਹੀਂ ਕਿਹਾ, ਸਿੱਧੇ ਸ਼ਬਦਾਂ ਵਿੱਚ ਕਹਿਤਾ ਸਾਡੇ ਕੋਲ ਸਭ ਕੁਝ ਹੈਗਾ, ਸਿਆਸਤ ਨਾ ਕਰੋ, ਪਾਸੇ ਹੋ ਕੇ ਬਹਿ ਜਾਓ ਆਰਾਮ ਨਾਲ। ਸੰਘੇੜਾ ਸਾਹਿਬ ਇਹ ਤਾਂ ਗਰੇਵਾਲ ਸਾਹਿਬ ਕਹਿ ਰਹੇ ਆ, ਮੈਨੂੰ ਹੁਣ ਇਹ ਨਹੀਂ ਪਤਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਅਧਿਕਾਰਤ ਹੋ ਕੇ ਕਹਿ ਰਹੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿ ਰਹੇ ਆ। ਠੀਕ ਹੈ ਨਾ, ਨਾਲੇ ਸੰਗਤ ਦੀ ਗਵਾਹੀ ਉਦਾਂ ਹੀ ਪਵਾਈ ਜਾ ਰਹੇ ਆ ਕਿ ਆਬਜੈਕਸ਼ਨ ਨਹੀਂ ਹੈ ਕਿਸੇ ਨੂੰ। ਥਾਂ ਤੇ ਆਬਜੈਕਸ਼ਨ ਹੋਏ ਆ। ਦੇਖੋ ਇਹ ਤਾਂ ਮੋਨੋਪੋਲੀ ਹੈ ਜੋ ਸਦਾ ਹਰਦੀਪ ਸਿੰਘ ਹੁਣਾਂ ਨੇ ਕਿਹਾ ਆ, ਉਹ ਕਲੀਅਰ ਕੱਟ ਹੈ। ਕੰਟਰੈਕਟ ਜਿਹੜਾ ਹੁੰਦਾ ਉਹਦੇ ਚ ਕੋਈ ਧਾਰਾ ਪਹਿਲਾਂ ਵੀ ਖਤਮ ਕਰਨ ਦੀ ਹੁੰਦੀ ਆ, ਇਹ ਨਹੀਂ ਹੁੰਦਾ ਵੀ ਇੱਕ ਵਾਰੀ ਜਿਹੜਾ ਕੰਟਰੈਕਟ ਹੋ ਗਿਆ ਉਹ ਦੋਵਾਂ ਤਰ੍ਹਾਂ ਦਾ ਪੱਖ ਹੁੰਦਾ ਆ। ਚਲੋ ਸੰਘੇੜਾ ਸਾਹਿਬ ਮੈਂ ਤੁਹਾਡੇ ਜਵਾਬ ਨੂੰ ਸੰਘੇੜਾ ਸਾਹਿਬ ਕੋਈ ਨਹੀਂ ਗੱਲ ਕਰ ਰਿਹਾ ਕਿ ਪਹਿਲਾਂ ਖਤਮ ਕਰਾਉਣਾ ਚਾਹੁੰਦੇ। ਸੰਘੇੜਾ ਸਾਹਿਬ ਮੈਂ ਤੁਹਾਡੇ ਕਮੇਟੀ ਦਾ ਮਤਲਬ ਆ ਇਹ। ਸੰਘੇੜਾ ਸਾਹਿਬ ਸਾਡਾ ਕੋਈ ਦਖਲਅੰਦਾਜ਼ੀ ਨਹੀਂ। ਸੰਘੇੜਾ ਸਾਹਿਬ ਮੈਂ ਤੁਹਾਡੇ ਜਵਾਬ ਨੂੰ ਇਸ ਤਰੀਕੇ ਸਮਝਾਂ ਕਿ ਮੋਨੋਪੋਲੀ ਤੋੜਨੀ ਆ, ਤੁਸੀਂ ਸਰਬੱਤ ਦੇ ਭਲੇ ਦੀ ਗੱਲ ਨਹੀਂ ਕਰਨੀ, ਇਹ ਸਮਝਾ? ਨਹੀਂ, ਮੈਂ ਤਾਂ ਗਰੇਵਾਲ ਸਾਹਿਬ ਉਹਨਾਂ ਦੀ ਗੱਲ ਕਰ ਰਿਹਾ ਆ ਵੀ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੇ ਹੀ ਕਰਨੀ ਆ। ਸ਼੍ਰੋਮਣੀ ਕਮੇਟੀ ਨੂੰ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਗਲਬੇ ਤੋਂ ਮੁਕਤ ਹੋਣਾ ਚਾਹੀਦਾ। ਉਹ ਭਾਈ ਹਰਦੀਪ ਸਿੰਘ ਹੋਣਾ ਵਰਗੇ ਬੰਦੇ ਜਿਹੜੇ ਆ ਉਹ ਕਰਾਉਣਗੇ, ਆਮ ਸੰਗਤ ਕਰਾਏਗੀ। ਸਾਡਾ ਮਕਸਦ ਤਾਂ ਸਿਰਫ ਆਪਣੀ ਆਫਰ ਹੈ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਨਾਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਕਿ ਦਿੱਲੀ ਸਰਕਾਰ ਵੀ ਧਾਰਮਿਕ ਸੰਸਥਾਵਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸੰਗਤ ਦੀ ਹੈਲਪ ਕਰਦੀ ਆ। ਇਹ ਕਿਹੜੀ ਗੱਲ ਹੈ? ਚਲੋ, ਤੁਸੀਂ ਕੇਂਦਰ ਸਰਕਾਰ ਨਾਲ ਕੋਈ ਗੱਲ ਕੀਤੀ ਹੈ ਦੂਰਦਰਸ਼ਨ ਤੇ ਜਾਂ ਹੋਰ ਪਲੇਟਫਾਰਮ ਤੇ ਚਲਾਉਣ ਵਾਸਤੇ? ਇਹ ਸਾਰੇ ਬੁਲਾਰਿਆਂ ਨੇ ਕੁਐਸਚਨ ਕੀਤਾ ਕਿ ਆਹ ਕੀਤਾ ਕੁਝ ਮੈਂ ਸੁਣ ਰਿਹਾ ਸੀ ਚੀਮਾ ਸਾਹਿਬ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇ। ਇਹ ਦੇਖੋ ਮੋਡੈਲਿਟੀਜ਼ ਵਰਕਆਊਟ ਹੁੰਦੀਆਂ ਆ, ਪਹਿਲਾਂ ਗੱਲਬਾਤ ਸ਼ੁਰੂ ਹੁੰਦੀ ਹੈ। ਠੀਕ ਹੈ ਨਾ, ਲੈਟ ਅਸ ਸੀ ਦਾ ਰਿਸਪੌਂਸ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਦੇ ਜਥੇਦਾਰ ਸਾਹਿਬ ਕੀ ਕਹਿੰਦੇ ਆ, ਉਸ ਤੋਂ ਬਾਅਦ ਅੱਗੇ ਮੋਡੈਲਿਟੀਜ਼ ਵਰਕਆਊਟ ਹੋ ਜਾਣਗੀਆਂ। ਇੱਕ ਪ੍ਰੋਜੈਕਟ ਹੁੰਦਾ ਆ, ਕੋਈ ਛੋਟੀ ਗੱਲ ਥੋੜੀ ਆ ਇਹ। ਜੇ ਆਪਾਂ ਉਧਰ ਅੱਗੇ ਵਧਦੇ ਆ ਫਿਰ ਸਾਰਾ ਕੁਝ ਹੋ ਜਾਏਗਾ। ਠੀਕ ਹਰਦੀਪ ਸਿੰਘ ਜੀ ਲਾਸਟ ਕਮੈਂਟ ਤੁਹਾਡਾ। ਮੈਂ ਆ ਰਿਹਾ ਗਰੇਵਾਲ ਸਾਹਿਬ ਲਾਸਟ ਕਮੈਂਟ ਤੁਹਾਡਾ ਲਊਂਗਾ। ਹਰਦੀਪ ਸਿੰਘ ਜੀ ਲਾਸਟ ਕਮੈਂਟ ਤੁਹਾਡਾ ਲੈਣਾ। ਹਰਦੀਪ ਸਿੰਘ ਜੀ ਐਸਜੀਪੀਸੀ ਇਸ ਮੁੱਦੇ ਦੇ ਉੱਤੇ ਖੁੱਲ ਕੇ ਕਦੋਂ ਬੋਲੇਗੀ? ਮੇਰਾ ਖਿਆਲ ਐਸਜੀਪੀਸੀ ਦਾ ਆਪਣੇ ਆਪ ਕੁਝ ਬੋਲਣਾ ਸੰਭਵ ਨਹੀਂ ਹੈ। ਜੇ ਮੈਂ ਗੱਲ ਕਹਾਂ ਕਿ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਗੱਲ ਕੀਤੀ ਹੈ, ਉਹ ਵੀ ਮੌਕਾ ਸੰਭਾਲਣ ਦੀ ਗੱਲ ਹੈ, ਬਹੁਤਾ ਵਜ਼ਨ ਨਹੀਂ ਉਸ ਗੱਲ ਤੇ। ਚਲੋ ਜੇ ਕਹੀ ਹੈ ਗੱਲ ਚੰਗੀ ਹੈ। ਰਹੀ ਗੱਲ, ਇਹ ਮਸਲਾ ਜਿਹੜਾ ਹੈ ਵਪਾਰ ਨਾਲ ਸੰਬੰਧਿਤ ਹੋ ਗਿਆ ਹੈ। ਅੱਜ ਦੇ ਦਿਨ ਇਸ ਦੇ ਉੱਤੇ ਅਰਬਾਂ ਖਰਬਾਂ ਰੁਪਈਆ ਡਾਲਰ ਇਕੱਠੇ ਹੁੰਦੇ ਨੇ। ਜੇ ਨਹੀਂ ਹੈ ਤਾਂ ਇਸ ਦਾ ਜਿਹੜਾ ਹੈਗਾ ਟੋਟਲ ਪੀਟੀਸੀ ਦਾ ਜਿਹੜਾ ਹੈਗਾ ਆਪਣਾ ਜੋ ਹੈ ਆਪਣਾ ਅਕਾਊਂਟਸ ਜਿਹੜੇ ਨੇ ਉਹ ਸ਼ੋਅ ਕਰ ਦਿੱਤੇ ਜਾਣ। ਅੱਜ ਤੱਕ ਐਸਜੀਪੀਸੀ ਨੇ ਜੋ ਪੀਟੀਸੀ ਨਾਲ ਜੋ ਐਗਰੀਮੈਂਟ ਹੋਇਆ ਉਹ ਵੀ ਨਸ਼ਰ ਨਹੀਂ ਕੀਤਾ, ਮੰਗਣ ਦੇ ਉੱਤੇ ਨਹੀਂ ਦਿੱਤਾ ਗਿਆ। ਲੋਕਾਂ ਨੇ ਕਮੇਟੀਜ਼ ਬਣਾ ਕੇ ਮੰਗਿਆ, ਨਹੀਂ ਦਿੱਤਾ ਗਿਆ। ਇਹ ਗਲਤ ਹੈ।
ਇਹ ਸਾਰਾ ਵਪਾਰ ਨਾਲ ਸੰਬੰਧਿਤ ਹੈ, ਰਾਜਨੀਤੀ ਨਾਲ ਸੰਬੰਧਿਤ ਹੈ। ਇਸ ਨੂੰ ਬਚਣਾ ਚਾਹੀਦਾ ਹੈ। ਸਿੱਖਾਂ ਦਾ ਆਪਣਾ ਚੈਨਲ ਹੋਣਾ ਚਾਹੀਦਾ ਹੈ। ਸਰਕਾਰਾਂ ਦੀ ਮਨਸ਼ਾ ਹੋ ਸਕਦੀ ਹੈ ਕਿ ਠੀਕ ਹੈ ਉਹਨਾਂ ਨੇ ਆਫਰ ਕੀਤੀ ਹੈ, ਪਰ ਉਹਨਾਂ ਜਿੱਦਾਂ ਸੰਘੇੜਾ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ, ਇਹ ਨਹੀਂ ਕਹਿੰਦੇ ਅਸੀਂ ਆਫਰ ਕੀਤਾ ਹੈ। ਉਹ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ। SGPC ਚ ਪੋਲੀਟੀਕਲ ਪਾਰਟੀਆਂ ਦੀ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ। ਇੰਡੀਪੈਂਡੈਂਟ ਸਿੱਖਾਂ ਦੀ ਸੰਸਥਾ ਬਣੇ, ਸਿੱਖ ਚੈਨਲ ਚਲਾਉਣ। ਇਹ ਇਕੱਲਾ ਜੋ ਹੈ ਦਰਬਾਰ ਸਾਹਿਬ ਦੇ ਟੈਲੀਕਾਸਟ ਦੀ ਮੈਂ ਗੱਲ ਨਹੀਂ ਕਹਾਂਗਾ, ਮੈਂ ਕਹਾਂਗਾ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਦੀ, ਬੰਗਲਾ ਸਾਹਿਬ ਦੀ, ਕੇਸਗੜ੍ਹ ਸਾਹਿਬ ਦੀ, ਗੁਰਦੁਆਰਾ ਸਿੰਘ ਸ਼ਹੀਦਾਂ ਅੰਮ੍ਰਿਤਸਰ ਦੀ ਅਤੇ ਹੋਰ ਜਿਤਨੇ ਵੀ SGPC ਦੇ ਅਦਾਰੇ ਨੇ, ਉਹ ਸਾਰੀਆਂ ਤੋਂ ਹੀ ਸਿੱਖ ਸੰਗਤ ਦੇ ਵੱਲੋਂ ਤਿਆਰ ਕੀਤੇ ਹੋਏ ਜੋ ਚੈਨਲ ਨੇ ਜਾਂ ਕੰਟਰੋਲ ਰੂਮਸ ਨੇ, ਉਹਦੇ ਰਾਹੀਂ ਸਭ ਥਾਵਾਂ ਦੇ ਉੱਤੇ ਸਭ ਦੇ ਲਈ ਬਰਾਬਰ ਸਰਬ ਸਾਂਝੀ ਗੁਰਬਾਣੀ ਜਿਹੜੀ ਜਾਣੀ ਚਾਹੀਦੀ ਹੈ। ਇਹਨਾਂ ਦਾ PTC ਦੇ ਖੋਰ ਹੈ ਕਿ ਹੁਕਮਨਾਮੇ ਦੇ ਉੱਤੇ ਜਿਹੜਾ ਹੈਗਾ ਜੀ, ਦਰਬਾਰ ਸਾਹਿਬ ਦੇ ਹੁਕਮਨਾਮੇ ਦੇ ਉੱਤੇ ਜੋ ਹੈ ਕਾਪੀਰਾਈਟਸ ਦੀ ਗੱਲ ਕੀਤੀ ਜਾਂਦੀ ਹੈ। ਉਹ ਬਿਲਕੁਲ ਗਲਤ ਨੇ ਸਾਰੀਆਂ ਚੀਜ਼ਾਂ, ਕਿਸੇ ਦਾ ਕੋਈ ਕਾਪੀਰਾਈਟ ਨਹੀਂ ਹੈ, ਗੁਰਬਾਣੀ ਸਭ ਦੀ ਸਾਂਝੀ ਹੈ। ਠੀਕ ਹੈ। ਗਰੇਵਾਲ ਸਾਹਿਬ ਲਾਸਟ ਕਮੈਂਟ ਤੁਹਾਡਾ ਸਰ, ਚਰਚਾ ਸਮਾਪਤ ਕਰਨੀ ਹੈ। ਦੇਖੋ ਜੀ ਬਹੁਤ ਹਰਦੀਪ ਸਿੰਘ ਬੜੇ ਗਿਆਨਵਾਨ ਨੇ। ਮੈਂ ਕਿਸੇ ਚੈਨਲ ਦਾ ਸਪੋਕਸਮੈਨ ਨਹੀਂ ਹੈਗਾ, ਨਾ ਮੈਨੂੰ ਇਹ ਗੱਲ ਕੀਤੀ ਹੈ, ਪਰ ਮੈਂ ਇਹ ਗੱਲ ਦੱਸੂਗਾ ਕਿ ਜਿਹੜਾ ਸੰਬੰਧ ਸ਼੍ਰੋਮਣੀ ਕਮੇਟੀ ਨਾਲ ਹੈਗਾ ਉਹਨਾਂ ਦਾ, ਮੈਂ ਇਹ ਗੱਲ ਕਹਿਣਾ ਵਾ, ਵਪਾਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸ਼੍ਰੋਮਣੀ ਕਮੇਟੀ ਕੋਲੋਂ 1 ਪੈਸਾ ਜਾਂ ਗੁਰਬਾਣੀ ਦੇ ਨਾਮ ਦੇ ਉੱਤੇ 1 ਪੈਸਾ ਜੇ ਕੋਈ ਲਿਆ ਜਾਂਦਾ ਉਹਨੂੰ ਨਸ਼ਾ ਹੋਵੇ। ਦੂਜੀ ਗੱਲ, ਜਿਹੜਾ ਉਹਨਾਂ ਦਾ ਕੰਟਰੈਕਟ ਆ, ਉਸ ਕੰਟਰੈਕਟ ਨੂੰ ਜਿਸ ਦਿਨ ਚਾਹਣ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੂੰ ਉਹ ਕੰਟਰੈਕਟ ਉੱਥੇ ਦਊਗਾ। ਇਹ ਗੱਲ ਮੈਂ ਬੈਠਾ, ਮੈਂ ਉਹ ਦਵਾਉਂਗਾ। ਠੀਕ ਹੈ, ਇਹਨੂੰ ਪਬਲਿਕ ਕਰ ਦਿੱਤਾ ਜਾਣਾ ਚਾਹੀਦਾ, ਵੈਬਸਾਈਟ ਤੇ ਪਾ ਦੇਣਾ ਚਾਹੀਦਾ। ਔਰ ਦੂਸਰੀ ਰਹੀ ਗੱਲ ਕਿ ਇਸ ਦੇ ਉੱਤੇ ਜਿਹੜਾ ਹੈ, ਇਸ ਦੇ ਰਾਹੀਂ ਜਿਹੜੀ ਇਨਕਮ ਇਕੱਠੀ ਹੁੰਦੀ ਹੈ ਉਹ ਕਿੱਥੇ ਹੈ? PTC ਜਿਹੜੀ ਹੈਗੀ ਹੈ ਕਿ ਲਾਈਕ ਸ਼੍ਰੋਮਣੀ ਕਮੇਟੀ ਦੇ ਖਾਤੇ ਜਾ ਰਹੀ ਹੈ ਜੀ 1 ਕਰੋੜ 90 ਲੱਖ ਇਸ ਟਾਈਮ ਜਾ ਰਿਹਾ। ਗਰੇਵਾਲ ਸਾਹਿਬ, ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਕੱਲੀ ਜਿਹੜੀ ਹੈਗੀ ਹੈ ਉਹ ਸ਼੍ਰੋਮਣੀ ਕਮੇਟੀ ਵਾਲੀ ਨਹੀਂ ਹੈ। ਇਹ ਜਿਹੜਾ ਹੈਗਾ ਜਦੋਂ ਚੈਨਲਸ ਚੱਲਦੇ ਨੇ, ਇਸ ਦੀ ਜਿਹੜੀ ਹੈ ਡਿਫਰੈਂਟ ਚੈਨਲਸ ਤੋਂ PTC ਨਹੀਂ ਦੇਖੋ ਹਰਦੀਪ ਸਿੰਘ ਜੀ, ਤੁਸੀਂ ਸਾਰਾ ਕੁਝ ਜਾਣਦੇ ਹੋ। मैं SGPC ਨਾਲ ਰਿਲੇਟਡ ਨਹੀਂ ਕਰ ਰਿਹਾ ਗੱਲ। ਚਲੋ ਮੈਂ ਕੋ ਵਕਤ ਹੋਣੇ ਨਹੀਂ ਹੈ। ਜੇ ਟੈਕਨੀਕਲੀ ਇਸ ਗੱਲ ਨੂੰ ਅੱਗੇ ਵਧਾਵਾਂਗੇ ਤਾਂ ਮੈਂ ਵੀ ਬਹੁਤ ਕੁਝ ਇਸ ਦੇ ਵਿੱਚ ਚਾਨਣਾ ਪਾ ਸਕਦਾ। ਜਦੋਂ ਇੱਕ ਚੈਨਲ ਨੇ ਮੋਨੋਪੋਲੀ ਲੈ ਲਈ, ਵਪਾਰੀਕਰਨ ਤਾਂ ਆਪੇ ਹੀ ਹੋ ਗਿਆ। ਉਸ ਚੈਨਲ ਨੂੰ ਕਿੰਨਾ ਲਾਭ ਹੋ ਰਿਹਾ ਮੈਂ ਸਾਬਤ ਕਰ। ਚਲੋ ਫਿਰ ਸੰਘੇੜਾ ਸਾਹਿਬ ਤੁਸੀਂ ਸੰਘੇੜਾ ਸਾਹਿਬ ਇੱਕ ਮਿੰਟ ਹੋਰ ਲੈ ਲੈਣਾ PCR ਤੋਂ। ਸੰਘੇੜਾ ਸਾਹਿਬ ਫਿਰ ਸਾਫ਼ ਕਰ ਦੋ ਨਾ ਸਰ, ਤੁਸੀਂ ਮੋਨੋਪੋਲੀ ਤੋੜਨੀ ਹੈ, ਵਪਾਰੀਕਰਨ ਤੋੜਨਾ ਹੈ ਜਾਂ ਸਰਬੱਤ ਦਾ ਭਲਾ ਕਰਨਾ? ਸਰ ਕਲੀਅਰ ਕਰੋ ਨਾ ਸੰਘੇੜਾ ਸਾਹਿਬ। ਮੈਂ ਤਾਂ ਇਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ। ਅਸੀਂ ਤਾਂ ਸਿਰਫ ਸ਼ਰਧਾ ਦੇ ਨਾਲ ਜੋ ਜਥੇਦਾਰ ਸਾਹਿਬ ਨੇ ਗੱਲ ਕੀਤੀ, ਜੋ SGPC ਨੇ ਗੱਲ ਕੀਤੀ ਹੈ, ਉਹਦੇ ਚ ਅਸੀਂ ਆਫਰ ਦਿੱਤੀ ਹੈ। ਠੀਕ ਹੈ, ਬਹੁਤ ਧੰਨਵਾਦ। ਸਰਕਾਰ ਮਦਦ ਕਰਨ ਨੂੰ ਤਿਆਰ ਹੈ। ਬਹੁਤ ਧੰਨਵਾਦ ਸਾਰਿਆਂ ਦਾ, ਬਹੁਤ ਧੰਨਵਾਦ। ਗਰੇਵਾਲ ਸਾਹਿਬ ਹੁਣ ਵਕਤ ਨਹੀਂ ਹੈ, ਬਹੁਤ ਧੰਨਵਾਦ ਤੁਹਾਡਾ। ਸੰਘੇੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ। ਗੌਰਵ ਸੰਧੂ ਅਖੀਰ ਦੇ ਵਿੱਚ ਸਾਡੇ ਨਾਲ ਨਹੀਂ ਸੀਗੇ। ਗੌਰਵ ਸੰਧੂ ਤੁਹਾਡਾ ਵੀ ਬਹੁਤ ਧੰਨਵਾਦ। ਹਰਦੀਪ ਸਿੰਘ ਜੀ ਤੁਸੀਂ ਵਕਤ ਕੱਢਿਆ, ਤੁਹਾਡਾ ਵੀ ਬਹੁਤ ਧੰਨਵਾਦ। ਗੁਰਬਾਣੀ ਪ੍ਰਸਾਰਣ ਤੇ ਪੋਲਿਟਿਕਸ ਕਿਉਂ ਆ, ਇਹ ਸਾਰੇ ਧਿਰਾਂ ਦੇ ਅਸੀਂ ਰਾਏ ਤੁਹਾਡੇ ਅੱਗੇ ਰੱਖ ਦਿੱਤੀ ਹੈ। ਤੇ ਜੇ ਤੁਹਾਨੂੰ ਸਾਫ਼ ਤੇ ਸਪਸ਼ਟ ਸਮਝ ਆ ਗਈ ਹੋਵੇ ਇਹ ਰਾਏ ਤਾਂ ਮੈਨੂੰ ਜ਼ਰੂਰ ਦੱਸਿਓ। ਮੈਨੂੰ ਹੁਣ ਤੱਕ ਜੋ ਸਮਝ ਆ ਰਿਹਾ, ਮੈਨੂੰ ਸਿਰਫ ਇਹ ਸਮਝ ਆ ਰਿਹਾ ਕਿ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਤੇ ਹੁਣ ਸਿਰਫ ਪੋਲਿਟਿਕਸ ਹੋ ਰਹੀ ਹੈ। ਜਦੋਂ ਕੋਈ ਕਦਮ ਚੁੱਕਿਆ ਜਾਊਗਾ, ਜਿਹੜੀ ਕਮੇਟੀ ਬਣਾਈ ਹੈ ਉਹ ਕਮੇਟੀ ਕੁਛ ਕਰਦੀ ਹੈ, ਜਾਂ ਜਥੇਦਾਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਹੈਗਾ, ਆਦੇਸ਼ ਕੀਤਾ ਹੈਗਾ, ਉਹਦੇ ਤੇ ਕੁਝ ਚੀਜ਼ਾਂ ਅੱਗੇ ਵੱਧਦੀਆਂ, ਜਾਂ ਇਹਨਾਂ ਦੀ ਜਿਹੜੀ ਅੰਤਰਿਮ ਕਮੇਟੀ ਦੀ ਬੈਠਕ ਹੁੰਦੀ ਉਹਦੇ ਵਿੱਚ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ, ਫਿਰ ਮੈਨੂੰ ਲੱਗੂਗਾ ਕਿ ਕੋਈ ਕੰਮ ਹੋ ਰਿਹਾ। ਅੱਜ ਤਾਂ ਸਿਰਫ ਪੋਲਿਟਿਕਸ ਹੋ ਰਹੀ ਹੈ ਤੇ ਮੈਨੂੰ ਪੋਲਿਟਿਕਸ ਸਮਝ ਆਈ ਹੈ। ਜੇ ਤੁਹਾਨੂੰ ਇਸ ਤੋਂ ਅੱਗੇ ਕੁਝ ਸਮਝ ਆਇਆ ਮੈਨੂੰ ਜ਼ਰੂਰ ਦੱਸਿਓ। ਬਹੁਤ ਧੰਨਵਾਦ।